ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਾਮ ਦੀ ਤਾਂ ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 6 ਮਈ, ਸ਼ਾਮ ਦੇ 5:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸ਼ਮਾਦਾਨ ਪ੍ਰੋਗਰਾਮ ਦੇ ਰਾਹੀਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਣ ਰਾਤ ਨੂੰ 9:30 ਵਜੇ ਤੇ ਅਗਲੀ ਸਵੇਰ 4:30 ਵਜੇ ਹੁੰਦਾ ਹੈ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੁਡੇ ਦੇ 2 ਪ੍ਰੋਗਰਾਮ ਹੋਰ ਲਾਈਵ ਤੁਹਾਨੂੰ ਸੁਣਨ ਨੂੰ ਮਿਲਦੇ ਨੇ। ਸਵੇਰੇ 7:30 ਵਜੇ ਗੀਤ ਬਹਾਰ ਅਮਨ ਲੈ ਕੇ ਹਾਜ਼ਰ ਹੁੰਦੀ ਹੈ ਅਤੇ ਦੁਪਹਿਰੇ 3:30 ਵਜੇ ਪ੍ਰੋਗਰਾਮ ਗੁਲਦਸਤਾ। ਸੋ ਸ਼ੁੱਕਰਵਾਰ ਨੂੰ ਪ੍ਰੋਗਰਾਮ ਸ਼ਮਾਦਾਨ ਤੋਂ ਬਾਅਦ ਤੁਸੀਂ ਸੁਣਦੇ ਹੋ ਨਹੀਂ ਹੋ ਲੱਭਣੇ ਰੰਗ ਗਵਾਚੇ ਗੁਰਜੀਤ ਦੀ ਆਵਾਜ਼ ਦੇ ਵਿੱਚ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਕੁਛ ਅਹਿਮ ਖਬਰਾਂ ਤੋਂ, ਅਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਅੱਗੇ ਚਰਚਾ ਕਰਾਂਗੇ। ਤਾਲਾਬੰਦੀ ਕਾਰਨ ਭਾਰਤ ਖਾਸ ਕਰ ਪੰਜਾਬ 'ਚ ਫਸ ਕੇ ਰਹਿ ਗਏ ਭਾਰਤੀ ਮੂਲ ਪਰੰਤੂ ਬਰਤਾਨੀਆ ਦੇ ਪੱਕੇ ਨਵੀਸਾਂ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਅੱਜ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੇ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਹਵਾਈ ਕੰਪਨੀ ਕਤਰ ਏਅਰਲਾਈਨ ਨਾਲ ਕੀਤੀ ਗਈ ਸੰਧੀ ਤਹਿਤ ਕਤਰ ਏਅਰਵੇਜ਼ ਰਾਹੀਂ ਕੋਈ 360 ਯਾਤਰੀ, ਜਿਨ੍ਹਾਂ 'ਚ 250 ਬਰਤਾਨੀ ਨਾਗਰਿਕ ਤੇ 56 ਭਾਰਤੀ ਪਾਸਪੋਰਟ ਵਾਲੇ ਸਨ ਨੂੰ ਰਵਾਨਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਸੀਨੀਅਰ ਲੀਡਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਕਿ ਪੰਜਾਬ ਨੇ ਅਪ੍ਰੈਲ ਮਹੀਨੇ 'ਚ 88% ਮਾਲੀਏ ਦਾ ਘਾਟਾ ਸਹਿਣ ਕੀਤਾ ਹੈ। ਪੰਜਾਬ ਮੁਸ਼ਕਲੀ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਿਹਾ, ਕੇਂਦਰ ਵੱਲੋਂ ਇਮਦਾਦ ਨਹੀਂ ਦਿੱਤੀ ਗਈ ਹੈ। ਗੁਰਦਾਸਪੁਰ ਰੋਡ ਬਟਾਲਾ ਤੇ ਮਾਝਾ ਨਰਸਿੰਗ ਹੋਮ ਕਾਲਜ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਗਿਆ। ਇਸ ਸੈਂਟਰ 'ਚ 20 ਤੋਂ 24 ਦੇ ਕਰੀਬ ਕਰੋਨਾ ਪੋਜ਼ੀਟਿਵ ਮਰੀਜ਼ਾਂ ਨੂੰ ਰੱਖਿਆ ਗਿਆ। ਇੱਥੇ ਰਹਿ ਰਹੇ ਮਰੀਜ਼ਾਂ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆਂ, ਫੋਟੋ ਭੇਜਦਿਆਂ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਨੇ। ਪਤਾ ਨਹੀਂ ਬਦਕਿਸਮਤੀ ਨਾਲ ਕਿਵੇਂ ਸਾਡੀ ਰਿਪੋਰਟ ਪੋਜ਼ੀਟਿਵ ਆ ਗਈ। ਸਵੇਰ ਤੋਂ ਕੋਈ ਅਧਿਕਾਰੀ ਉਹਨਾਂ ਨੂੰ ਖਾਣਾ ਦੇਣ ਨਹੀਂ ਆਇਆ। 2 ਛੋਟੇ ਬੱਚੇ ਨੇ, ਉਹ ਦੁੱਧ ਪੀਣ ਦੇ ਲਈ ਤੇ ਹੋਰ ਵੀ ਕੋਈ ਚੀਜ਼ ਵਸਤੂ ਉਹਨਾਂ ਨੂੰ ਨਹੀਂ ਭੇਜੀ ਗਈ। ਤੇ ਅੰਮ੍ਰਿਤਸਰ ਵਿਖੇ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਕੱਲ੍ਹ ਵੀਰਵਾਰ ਤੋਂ ਸ਼ਰਾਬ ਦੇ ਠੇਕਿਆਂ ਨੂੰ ਸਵੇਰੇ 9 ਤੋਂ 1 ਵਜੇ ਤੱਕ ਸ਼ਰਾਬ ਦੀ ਵਿਕਰੀ ਹੋਵੇਗੀ। ਇਸੇ ਤਰ੍ਹਾਂ ਹੋਮ ਡਿਲੀਵਰੀ ਦਾ ਵੀ ਸਮਾਂ ਸ਼ਾਮ 6 ਵਜੇ ਤੋਂ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਡਿਪਟੀ ਕਮਿਸ਼ਨਰ ਨੇ ਆਪਣੇ ਵੱਲੋਂ ਆਪਣੇ ਹੀ ਮਰਜ਼ੀ ਮੁਤਾਬਕ ਜਿਹੜਾ ਸਮਾਂ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਮਰਦਾਨਾ ਜੀ ਦੇ ਵੰਸ਼ਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਮਹੀਨਾਵਾਰ ਸਹਾਇਤਾ ਰਾਸ਼ੀ ਦਾ ਬਕਾਇਆ ਕਿਸ਼ਤਾਂ ਭੇਜਣ ਲਈ ਪ੍ਰਮੁੱਖ ਸਕੱਤਰ ਰੂਪ ਸਿੰਘ ਨੂੰ ਕਿਹਾ। ਭਾਈ ਮਰਦਾਨਾ ਜੀ ਦੇ ਵੰਜਿਸ਼ ਭਾਈ ਲਾਲ ਜੀ ਦੇ ਪੁੱਤਰੇ ਭਾਈ ਸਰਫਰਾਜ਼ ਦੇ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ 21,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੋਇਆ। ਤੇ ਤਲਵੰਡੀ ਸਾਬੋ ਦੇ ਵਿੱਚ ਇੱਕ ਮਜ਼ਦੂਰਾਂ 'ਚੋਂ ਇੱਕ ਬੱਚੀ ਕਰੋਨਾ ਪੋਜ਼ੀਟਿਵ ਨਿਕਲ ਗਈ ਹੈ। ਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਛੋਟੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਹਰ ਜ਼ਿਲ੍ਹੇ ਦੇ MLA ਤੇ ਜ਼ਿਲ੍ਹਾ ਪ੍ਰਧਾਨ ਨੂੰ ਮੈਂਬਰ ਰੱਖਿਆ ਗਿਆ। ਤੇ ਜੰਮੂ ਤੋਂ ਖਬਰ ਆ ਰਹੀ ਹੈ, ਜਿੱਥੇ ਪੁਲਵਾਮਾ ਦੇ ਬੇਗਮਪੁਰਾ 'ਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਫੌਜ ਦੇ ਜਵਾਨਾਂ ਨੇ ਹਿਜਬੁਲ ਕਮਾਂਡਰ ਰਿਆਜ਼ ਨਾਇਕ ਨੂੰ ਮਾਰ ਸੁੱਟਿਆ। ਰਿਆਜ਼ ਨਾਇਕ ਤੇ 12 ਲੱਖ ਦਾ ਇਨਾਮ ਸੀ। ਤੇ ਹੁਣ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ ਖਬਰਾਂ ਦੇ ਉੱਤੇ ਅੱਗੇ ਚਰਚਾ ਕਰਦੇ ਹਾਂ। ਉਸ ਤੋਂ ਪਹਿਲਾਂ ਢਿੱਲੋਂ ਸਾਹਿਬ, ਆਪਾਂ ਇੱਕ ਲਿਸਨਰਸ ਨਾਲ ਪਹਿਲਾਂ ਤਾਂ ਫਤਿਹ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਰਫਿਊ ਦੇ ਉੱਤੇ ਆਪਾਂ ਸੋਚਿਆ ਕਿਉਂ ਨਾ ਲਿਸਨਰਸ ਦੀ ਹੀ ਕੱਲ੍ਹ ਨੂੰ ਰਾਏ ਲਈ ਜਾਵੇ। ਆਪਾਂ ਖਬਰਾਂ ਘੱਟ ਕਰਾਂਗੇ, ਜ਼ਿਆਦਾ ਕਾਲਸ ਲਵਾਂਗੇ। 5:30 ਵਜੇ ਤੋਂ ਲੈ ਕੇ ਲਗਾਤਾਰ ਕਾਲਸ ਦਾ ਸਿਲਸਿਲਾ ਜਾਰੀ ਰੱਖਾਂਗੇ। ਕਰਫਿਊ ਮੱਧ ਵਰਗ ਦੇ ਲਈ ਕੀ ਚੰਗਾ ਰਿਹਾ ਜਾਂ ਮਾੜਾ ਰਿਹਾ? ਕਹਿਣ ਤੋਂ ਭਾਵ ਵਰ ਜਾਂ ਸ਼ਰਾਬ। ਬਿਲਕੁਲ ਬਿਲਕੁਲ ਜ਼ਰੂਰੀ ਹੈ। ਕੀ ਕੁਛ ਤੁਸੀਂ ਇਹਦੇ 'ਚ ਫੀਲ ਕੀਤਾ? ਕੀ ਤੁਹਾਨੂੰ ਚੰਗਾ ਲੱਗਿਆ, ਕੀ ਤੁਹਾਨੂੰ ਮਾੜਾ ਲੱਗਿਆ, ਕੀ ਤੁਹਾਨੂੰ ਇਹ ਇੱਕ ਵਿਸ਼ਾ ਜਿਹੜਾ ਹੈਗਾ ਤੁਸੀਂ ਖੁਦ ਇਹਦਾ ਜਵਾਬ ਦੇਣਾ, ਖੁਦ ਤਜਰਬੇ ਸਾਡੇ ਨਾਲ ਸਾਂਝੇ ਕਰਨੇ ਆ। ਅਸੀਂ ਤੁਹਾਨੂੰ ਆਈਡੀਆ ਨਹੀਂ ਦਿਆਂਗੇ, ਕਿਉਂਕਿ ਫਿਰ ਸਾਰੇ ਉਸੇ ਪਾਸੇ ਤੇ ਬੋਲਣ ਲੱਗ ਪੈਣਗੇ ਜੇ ਅਸੀਂ ਕੋਈ ਆਈਡੀਆ ਦਿੱਤਾ ਤਾਂ। ਬਿਲਕੁਲ ਬਿਲਕੁਲ ਬਿਲਕੁਲ। ਸੋ ਢਿੱਲੋਂ ਸਾਹਿਬ, ਇੱਕ ਮੰਗ ਸੀਗੀ ਕਿ ਜਦੋਂ ਆਧਾਰ ਕਾਰਡ ਬਣ ਗਿਆ, ਆਧਾਰ ਕਾਰਡ ਵਾਂਗੂ ਰਾਸ਼ਨ ਕਾਰਡ ਵੀ ਜਿਹੜਾ ਹੈਗਾ ਉਹ ਵੀ
ਸਾਰੇ ਭਾਰਤ ਦੇ ਵਿੱਚ ਇੱਕ ਵਿਅਕਤੀ ਦਾ ਇੱਕ ਹੋ ਜਾਵੇ ਤੇ ਜਿੱਥੇ ਜੀ ਚਾਹਵੇ ਉਹ ਰਾਸ਼ਨ ਲੈ ਲੇ। ਇਹਦੀ ਕੋਈ ਪਟੀਸ਼ਨ ਪਾਈ ਸੀ ਕਿਸੇ ਨੇ, ਉਹ ਪਟੀਸ਼ਨ ਦਾ ਕੀ ਬਣਿਆ ਜੀ? ਦੇਖੋ, ਗੱਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਆਪ ਇਹ ਸਲਾਹ ਦਿੱਤੀ ਹੈ ਭਾਰਤ ਸਰਕਾਰ ਨੂੰ ਜੀ ਕਿ ਇੱਕ ਦੇਸ਼ ਹੂੰ ਇੱਕ ਰਾਸ਼ਨ ਕਾਰਡ ਜੀ ਦੀ ਯੋਜਨਾ ਲਾਗੂ ਕਿਉਂ ਨਹੀਂ ਕੀਤੀ ਜਾ ਸਕਦੀ। ਜੀ ਇਹ ਯੋਜਨਾ ਲਾਗੂ ਕੀਤੀ ਜਾਵੇ। ਕਾਰਨ ਇਹਦਾ ਇਹ ਹੈ ਕਿ ਕਈ ਵਾਰੀ ਜਿਵੇਂ ਹੁਣ ਅਚਾਨਕ ਹਾਲਾਤ ਬਣ ਗਏ, ਜੀ ਕਿਸੇ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪੰਜਾਬ ਦੀ ਹੁਣ ਤੁਸੀਂ ਸਥਿਤੀ ਦੇਖੋ, ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰਵਾਸੀ ਮਜ਼ਦੂਰ ਹੈ ਜੀ ਜਿਹੜੇ ਆਰਜੀ ਤੌਰ ਤੇ ਫਸਲਾਂ ਦੀ ਕਟਾਈ ਲੁਆਈ ਵੇਲੇ ਆਉਂਦੇ ਹੈ। ਕਣਕ ਦੀ ਕਟਾਈ ਵਾਸਤੇ, ਬਿਲਕੁਲ, ਝੋਨੇ ਦੀ ਲੁਆਈ ਵਾਸਤੇ ਜਾਂ ਨਰਮੇ ਦੀ ਚੁਗਾਈ ਵਾਸਤੇ ਉਹ ਆਉਂਦੇ, ਆਪਣਾ ਕੰਮ ਕਾਰ ਕਰਕੇ ਚਲੇ ਜਾਂਦੇ ਹੈ। ਜੀ ਉਹ ਪੱਕੇ ਰਹਿਸ਼ੀ ਕਿਤੋਂ ਹੋਰ ਦੇ ਹੈ, ਉੱਥੇ ਹੀ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ। ਜੀ ਮਸਲਨ ਇੱਧਰ ਆਏ ਜੇ ਉਹ ਅਚਨਚੇਤ ਕੋਈ ਇਸ ਕਿਸਮ ਦੀ ਸਮੱਸਿਆ ਹੋ ਜੇ ਜਿਵੇਂ ਹੁਣ ਹੋ ਗਈ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ 3.5 ਘੰਟੇ ਪਹਿਲਾਂ ਐਲਾਨ ਕਰਤਾ ਰਾਤ ਨੂੰ 8 ਵਜੇ ਜੀ ਕਿ ਜੀ ਲਾਕਡਾਊਨ ਸ਼ੁਰੂ ਹੈ 12 ਵਜੇ, ਤੇ ਉਹ ਤੋਂ ਬਾਅਦ ਤੁਸੀਂ ਨਾ ਆ ਸਕੋਗੇ ਨਾ ਜਾ ਸਕੋਗੇ। ਜਿਹੜੇ ਬੰਦੇ ਹਜ਼ਾਰਾਂ ਕਿਲੋਮੀਟਰ ਤੋਂ ਆਏ ਉਹ ਕਰਨਗੇ ਕੀ? ਜੀ ਉਹ ਤੋਂ ਬਾਅਦ ਉਹਨਾਂ ਨੂੰ ਆਪਣੇ ਪੇਟ ਦੀ ਅੱਗ ਬੁਝਾਉਣ ਵਾਸਤੇ ਖੁਰਾਕ ਤਾਂ ਚਾਹੀਦੀ ਹੈ, ਰਾਸ਼ਨ ਚਾਹੀਦਾ ਹੈ, ਤੇ ਰਾਸ਼ਨ ਉਹਨਾਂ ਨੂੰ ਮਿਲਦਾ ਨਹੀਂ। ਮਹਿੰਗਾ 25 ਰੁਪਏ 30 ਰੁਪਏ ਕਿਲੋ ਆਟਾ ਲੈ ਕੇ ਕਿਵੇਂ ਉਹਨਾਂ ਦਾ ਨਹੀਂ ਚੱਲੂਗਾ? ਗੁਜ਼ਾਰਾ ਹੁੰਦਾ ਜੀ। ਜੇ ਫਰਜ਼ ਕਰੋ ਵੀ ਉਹਨਾਂ ਨੂੰ ਜਿਹੜੀ ਦਿਹਾੜੀ ਮਿਲਦੀ ਹੈ ਤੇ ਉਹ ਦਿਹਾੜੀ ਦਾ ਸਿਰਫ ਆਟਾ ਹੀ ਲਿਆ ਉਹਨਾਂ ਨੇ, ਪਰਿਵਾਰ ਕੀ ਪਾਲਣਗੇ? ਆਏ ਤਾਂ ਵਿਚਾਰੇ ਇਹ ਹੈ ਕਿ 4 ਰੁਪਏ ਅਸੀਂ ਕਮਾਈ ਕਰ ਲਈਏ। ਜੀ ਇਸ ਵਾਸਤੇ ਇੱਕ ਰਾਸ਼ਨ ਕਾਰਡ ਇੱਕ ਦੇਸ਼, ਜੀ ਇਹ ਯੋਜਨਾ ਸੁਪਰੀਮ ਕੋਰਟ ਨੇ ਕਹੀ ਸੀ। ਪਰ ਹੁਣ ਕਿਉਂਕਿ ਯੋਜਨਾਵਾਂ ਬਾਰੇ ਸੁਪਰੀਮ ਕੋਰਟ ਕਹਿ ਦਿੰਦੀ ਹੈ, ਉਹ ਯੋਜਨਾਵਾਂ ਬਣਾਉਣੀਆਂ ਲਾਗੂ ਕਰਨੀਆਂ ਸਰਕਾਰਾਂ ਦਾ ਕੰਮ ਹੁੰਦਾ, ਇਹਦੇ ਤੇ ਮਹੀਨੇ ਨਹੀਂ ਸਾਲਾਂ ਦੇ ਸਾਲ ਲੱਗ ਜਾਂਦੇ। ਜੀ ਫਿਰ ਕੋਈ ਦੁਬਾਰਾ ਪਟੀਸ਼ਨ ਪਾਊਗਾ, ਜੀ ਆ ਦੇਖੋ ਤੁਹਾਡਾ ਹੁਕਮ ਸੀ ਤੇ ਇਹਦੇ ਤੇ ਕੋਈ ਅਮਲ ਨਹੀਂ ਕੀਤਾ, ਸਰਕਾਰ ਨੂੰ ਫਿਰ ਨੋਟਿਸ ਦੇਊਗੀ ਸੁਪਰੀਮ ਕੋਰਟ, ਫਿਰ ਵਿੱਚ ਲਮਕਦਾ ਫਿਰੂਗਾ। ਕਾਂਗਰਸ ਪਾਰਟੀ ਦੇ ਇੱਕ ਲੀਡਰ ਹੈ ਜੈਰਾਮ ਰਮੇਸ਼। ਜੀ ਇਹ ਜੈਰਾਮ ਰਮੇਸ਼ ਉਹ ਲੀਡਰ ਹੈ ਜਿਹੜਾ ਵਾਤਾਵਰਨ ਨੂੰ ਲੈ ਕੇ ਬਾਕੀ ਕਾਂਗਰਸੀਆਂ ਨਾਲੋਂ ਕਾਫੀ ਜ਼ਿਆਦਾ ਸੁਚੇਤ ਹੈ। ਜੀ ਔਰ ਉਹ ਇਸ ਗੱਲ ਨੂੰ ਲੈ ਕੇ ਵੀ ਸੁਚੇਤ ਹੈ ਕਿ ਆਮ ਆਦਮੀ ਨੂੰ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜੀ ਹੁਣ ਉਸ ਬੰਦੇ ਨੇ ਇੱਕ ਪਟੀਸ਼ਨ ਦਾਇਰ ਕਰਤੀ ਸੁਪਰੀਮ ਕੋਰਟ 'ਚ। ਜੀ ਕਾਹਦੇ ਵਾਸਤੇ ਕੀਤੀ ਉਹਨੇ ਪਟੀਸ਼ਨ ਦਾਇਰ? ਉਹਨੇ ਪਟੀਸ਼ਨ ਇਹ ਮੰਗ ਲੈ ਕੇ ਕੀਤੀ ਕਿ ਕਿਸੇ ਵੀ ਪ੍ਰਵਾਸੀ ਮਜ਼ਦੂਰ ਦੇ ਕੋਲੇ ਕਿਤੋਂ ਦਾ ਵੀ ਕਾਰਡ ਹੋਵੇ, ਜੀ ਉਹਦੇ ਕੋਲੇ ਚਾਹੇ ਬਿਹਾਰ ਦਾ ਹੋਵੇ, ਚਾਹੇ ਉਹਦੇ ਕੋਲੇ ਉੱਤਰ ਪ੍ਰਦੇਸ਼ ਦਾ ਹੋਵੇ, ਝਾਰਖੰਡ ਦਾ ਹੋਵੇ, ਜਿਸ ਵੀ ਇਲਾਕੇ ਦੇ ਵਿੱਚ ਉਹ ਆ ਗਿਆ, ਉਹਦੇ ਬੋਝੇ ਦੇ ਵਿੱਚ ਉਹਦਾ ਰਾਸ਼ਨ ਕਾਰਡ ਹੈ, ਉਹ ਡੀਪੂ ਤੋਂ ਜਾਵੇ ਤੇ ਉਹਨੂੰ ਮਹੀਨੇ ਦੇ ਹਿਸਾਬ ਦੇ ਨਾਲ ਜਿੰਨਾ ਉਹਦਾ ਰਾਸ਼ਨ ਬਣਦਾ ਉਥੋਂ ਰਾਸ਼ਨ ਕੰਟਰੋਲ ਰੇਟ ਤੇ ਲੈ ਸਕੇ, ਜੀ ਜੋ ਮਿਥਿਆ ਹੋਇਆ। ਇਹ ਉਹਨੇ ਪਟੀਸ਼ਨ ਦਾਇਰ ਕਰਤੀ ਮਾਨਯੋਗ ਸੁਪਰੀਮ ਕੋਰਟ ਨੂੰ, ਬਿਲੋ ਜੀ ਸੁਪਰੀਮ ਕੋਰਟ ਇਹ ਤੇ ਵਿਚਾਰ ਕਰੇ। ਲੇਕਿਨ ਸੁਪਰੀਮ ਕੋਰਟ ਨੇ ਕੀਤਾ ਕੀ? ਸੁਪਰੀਮ ਕੋਰਟ ਨੇ ਉਸ ਐਪਲੀਕੇਸ਼ਨ ਦੇ ਉੱਤੇ ਵਿਚਾਰ ਕਰਨ ਤੋਂ ਇਨਕਾਰ ਕਰਤਾ। ਜੀ ਕਹਿੰਦੇ ਨਹੀਂ, ਇਹ ਤੇ ਸੁਣਵਾਈ ਨਹੀਂ ਹੋ ਸਕਦੀ, ਤੁਸੀਂ ਪਹਿਲਾਂ ਕੇਂਦਰ ਸਰਕਾਰ ਕੋਲੇ ਜਾਓ। ਕਹਿੰਦੇ ਕੇਂਦਰ ਸਰਕਾਰ ਨੂੰ ਅਰਜ਼ੀ ਦਿਓ, ਜੀ ਮੰਗ ਕਰੋ। ਜੇ ਤਾਂ ਕੇਂਦਰ ਸਰਕਾਰ ਨੇ ਤੁਹਾਡੀ ਗੱਲ ਨਾ ਮੰਨੀ, ਫਿਰ ਤੁਸੀਂ ਸਾਡੇ ਕੋਲੇ ਆ ਜਾਓ। ਹੁਣ ਦਾਨੇਵਾਲੀਆ ਸਾਹਿਬ ਮਾਨਯੋਗ ਸੁਪਰੀਮ ਕੋਰਟ ਆ, ਸਰਬ ਉੱਚ ਅਦਾਲਤ ਹੈ। ਸਰਬ ਉੱਚ ਅਦਾਲਤ ਦੇ ਸਾਹਮਣੇ ਨਤਮਸਤਕ ਅਸੀਂ ਵੀ, ਸਿਰ ਸਾਡਾ ਵੀ ਝੁਕਦਾ, ਅਸੀਂ ਉਹਦਾ ਹਰ ਫੈਸਲਾ ਜਿਹੜਾ ਹੈਗਾ ਉਹ ਮੰਨਣ ਦੇ ਪਾਬੰਦ ਆ, ਮੰਨਾਂਗੇ ਵੀ। ਪਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਸੁਪਰੀਮ ਕੋਰਟ ਬੰਦਾ ਜਾਂਦਾ ਕੀ ਲੈਣਾ? ਨਿਆਂ ਕਿਉਂ ਜਾਂਦਾ? ਉਹ ਇਸ ਲਈ ਜਾਂਦਾ ਕਿ ਉਹਦਾ ਕਿਤੇ ਹੋਰ ਰਾਹ ਨਹੀਂ ਪੈਂਦਾ, ਉਹਨੂੰ ਕਿਤੇ ਉਹਦਾ ਹੱਥ ਨਹੀਂ ਪੈਂਦਾ। ਤੇ ਉਹ ਕਹਿੰਦਾ ਵੀ ਹੁਣ ਇਹ ਸੁਪਰੀਮ ਕੋਰਟ ਇਹਦੇ ਤੇ ਫੈਸਲਾ ਕਰੇ। ਜਿਹੜੇ ਲੱਖਾਂ ਮਜ਼ਦੂਰ ਹੈ ਜੀ, ਜਿਹੜੇ ਪੈਦਲ ਤੁਰੇ ਗਏ ਹੈ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਕਿੰਨੇ ਕਦੇ ਰਾਹ 'ਚ ਪਹੁੰਚੇ ਵੀ ਆ ਕਿ ਨਹੀਂ ਪਹੁੰਚੇ, ਉਹਨਾਂ ਦੀ ਗਿਣਤੀ ਹਜ਼ਾਰਾਂ ਕਿਲੋਮੀਟਰ ਉਹਨਾਂ ਨੇ ਆਪਣੇ ਘਰਾਂ ਨੂੰ ਜਾਣਾ, ਉਹ ਬੰਦੇ ਪੈਦਲ ਤੁਰ ਪਏ। ਕਿਸੇ ਬੰਦੇ ਨੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਦੇ ਵਿੱਚ, ਜੀ ਉਹ ਪੈਦਲ ਤੁਰੇ ਜਾਂਦੇ ਆ, ਉਹਨਾਂ ਬਾਰੇ ਕੁਝ ਸੋਚੋ। ਸੁਪਰੀਮ ਕੋਰਟ ਨੇ ਕਹਿਤਾ ਨਹੀਂ, ਇਸ ਸੰਕਟ ਦੀ ਘੜੀ ਦੇ ਵਿੱਚ ਅਸੀਂ ਸਰਕਾਰ ਨੂੰ ਕਿਸੇ ਮੁਸੀਬਤ 'ਚ ਨਹੀਂ ਪਾਉਣਾ ਚਾਹੁੰਦੇ, ਸਰਕਾਰ ਨਿਪਟ ਰਹੀ ਹੈ। ਦੱਸੋ ਇੱਦਾਂ ਹੀ ਤੁਸੀਂ ਦੇਖੋ ਵੀ ਧਾਰਾ 370 ਤੋੜਤੀ, ਟੁਕੜੇ ਕਰਤੇ ਕਸ਼ਮੀਰ ਦੇ, ਜੀ ਲੀਡਰਾਂ ਨੂੰ ਫੜ ਕੇ ਬੰਦ ਕਰਤਾ। ਭਾਵੇਂ ਕੁਛ ਲੀਡਰ ਤਾਂ ਬਾਹਰ ਆ ਗਏ, ਪਰ ਅੱਜ ਖਬਰ ਆਈ ਪਈ ਹੈ ਵੀ ਮਹਿਬੂਬਾ ਮੁਫਤੀ ਦੀ ਜਿਹੜੀ ਡਿਟੈਂਸ਼ਨ ਹੈ ਜੀ ਉਹ 3 ਮਹੀਨਿਆਂ ਲਈ ਅੱਗੇ ਹੋਰ ਵਧਾਤੀ। ਲੋਕਾਂ ਨੇ ਪਟੀਸ਼ਨਾਂ ਪਾਈਆਂ ਜੀ ਕਿ ਜੀ ਇਹ ਤਾਂ
ਲੋਕਤੰਤਰ ਲੋਕ ਰਾਜੀ ਕਦਰਾਂ ਕੀਮਤਾਂ ਦੀ ਉਲੰਘਣਾ ਹੈ ਉਲੰਘਣਾ ਹੈ ਜੀ। ਤੇ ਮਾਨਯੋਗ ਸੁਪਰੀਮ ਕੋਰਟ ਇਹ ਤੇ ਵਿਚਾਰ ਕਰੇ ਤੇ ਸੁਪਰੀਮ ਕੋਰਟ ਕਹਿੰਦੀ ਜੀ ਕੋਈ ਨਹੀਂ ਕਰਾਂਗੇ ਪੈਂਡਿੰਗ ਹੈ, ਨਾ ਉਹ ਅਰਜ਼ੀਆਂ ਰੱਦ ਹੈ ਤੇ ਨਾ ਹੀ ਉਹਨਾਂ ਅਰਜ਼ੀਆਂ ਦੇ ਉੱਤੇ ਕੋਈ ਗੌਰ ਫਰਮਾਇਆ ਜਾ ਰਿਹਾ, ਪੈਂਡਿੰਗ ਹੀ ਰੱਖੀਆਂ ਹੋਈਆਂ ਜੀ। ਦੂਜੇ ਪਾਸੇ ਅਰਨਬ ਗੋਸਵਾਮੀ ਨਾਂ ਦਾ ਇੱਕ ਬੰਦਾ ਹੈ ਜੀ, ਉਹ ਰਿਪਬਲਿਕ ਟੀਵੀ ਚਲਾਉਂਦਾ ਹੈ ਜੀ। ਉਸ ਬੰਦੇ ਦੀ ਜਿਹੜੀ ਹੈਗੀ ਹੈ ਕਿਸੇ ਜ਼ਮਾਨੇ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦੇ ਨਾਲ ਥੋੜੀ ਸੁਰ ਮਿਲਦੀ ਨਹੀਂ ਸੀ, ਮਿਲਦੀ ਰਹੀ ਹੈ, ਮਿਲਦੀ ਨਹੀਂ ਸੀ। ਅੱਛਾ। ਉਦੋਂ ਉਹ ਵਿਰੋਧ ਕਰਦਾ ਸੀ ਜਦੋਂ ਗੁਜਰਾਤ ਦਾ ਕਤਲੇਆਮ ਹੋਇਆ। ਜੀ। ਗੁਜਰਾਤ ਦੇ ਕਤਲੇਆਮ ਨੂੰ ਜੇ ਕਿਸੇ ਨੇ ਠੀਕ ਤਰੀਕੇ ਦੇ ਨਾਲ ਕਵਰ ਕੀਤਾ ਪੱਤਰਕਾਰਾਂ ਦੇ ਵਿੱਚੋਂ ਤਾਂ ਉਹ ਰਾਜਦੀਪ ਸਰਦੇਸਾਈ ਸੀ। ਤੁਹਾਡੇ ਧਿਆਨ 'ਚ ਹੈ ਇੱਕ ਤਸਵੀਰ ਜਿਹੜੀ ਬੜੀ ਭਿਆਨਕ ਤਸਵੀਰ ਹੈਗੀ ਕਿਸੇ ਬੰਦੇ ਦਾ, ਜਦੋਂ ਬੰਦਾ ਵਾਇਲੈਂਸ ਦਾ ਸ਼ਿਕਾਰ ਹੁੰਦਾ ਹੈ ਜੀ, ਇੱਕ ਡਰਿਆ ਹੋਇਆ ਤੇ ਤਰਬਕਿਆ ਹੋਇਆ ਬੰਦਾ। ਉਹ ਆਮ ਤੁਸੀਂ ਦੇਖਿਆ ਹੋਣਾ ਕਿ ਜਦੋਂ ਕਿਸੇ ਕਿਸਮ ਦਾ ਕੋਈ ਕਤਲੇਆਮ ਆਉਂਦਾ ਹੈ ਤੇ ਉਹਨੂੰ ਇੱਕ ਮਾਡਲ ਦੇ ਤੌਰ ਦੇ ਉੱਤੇ ਪੇਸ਼ ਕਰਦੇ ਆ, ਉਹ ਤਸਵੀਰ ਲਾ ਦਿੰਦੇ। ਬਿਲਕੁਲ ਅਖਬਾਰਾਂ ਵਾਲੇ ਲਾਉਂਦੇ ਆ ਨਾ, ਟੀਵੀ ਚੈਨਲ ਵਾਲੇ ਲਾਉਂਦੇ ਆ। ਉਹ ਤਸਵੀਰ ਕਿਸੇ ਹੋਰ ਨੇ ਨਹੀਂ ਖਿੱਚੀ ਸੀ, ਉਹ ਰਾਜਦੀਪ ਸਰਦੇਸਾਈ ਨੇ ਖਿੱਚੀ ਸੀ ਜੀ। NDTV ਵਾਸਤੇ ਬੰਦਾ ਉਹ ਕੰਮ ਕਰਦਾ ਸੀ, ਇਹ NDTV 'ਚ ਵੀ ਕੰਮ ਕਰਦਾ ਸੀ ਜੀ। ਉਸ ਵੇਲੇ ਇੱਕ ਅਟੈਕ ਵੀ ਹੋਇਆ ਸੀ ਰਾਜਦੀਪ ਸਰਦੇਸਾਈ ਤੇ ਇਸੇ ਅਰਨਬ ਗੋਸਵਾਮੀ ਨੇ ਕਹਿਤਾ ਸੀ ਕਿ ਸਾਡੇ ਤੇ ਅਟੈਕ ਹੋਇਆ, ਮੇਰੇ ਤੇ ਅਟੈਕ ਹੋਇਆ, ਜਾ ਕੇ ਅਸਾਮ ਦੇ ਵਿੱਚ ਨੇ ਭਾਸ਼ਣ ਕੀਤਾ ਸੀ ਜੀ। ਫਿਰ ਥੋੜੀ ਜਿਹੀ ਸੁਰ ਮਿਲ ਗਈ, ਸੁਰ ਮਿਲੇ ਤੁਮਾਰਾ ਹਮਾਰਾ, ਉਹ ਸੁਰ ਮਿਲ ਗਈ ਤੇ ਸੁਰ ਮਿਲ ਕੇ ਇਹਨੇ ਫਿਰ ਆਪਦਾ ਟੀਵੀ ਚੈਨਲ ਅਲੱਗ ਹੀ ਖੋਲ੍ਹਿਆ ਸੀ ਤੇ ਉਸ ਟੀਵੀ ਚੈਨਲ ਦੇ ਕੋਲੇ ਪੈਸਾ ਕਿੰਨਾ ਕਿ ਉਹਦਾ ਕੋਈ ਹਿਸਾਬ ਹੀ ਨਹੀਂ। ਇੱਕ ਹਿਸਾਬ ਕਿਤਾਬ ਦੇ ਮੁਤਾਬਕ ਜਿਹੜਾ ਮੋਟਾ ਜਿਹਾ ਇਹਨਾਂ ਨੇ ਆਪ ਦਿੱਤੇ ਕਹਿੰਦੇ 15,000 ਕਰੋੜ ਹੈ। ਦੱਸੋ ਉਹ ਕਿੱਥੋਂ ਆ ਗਿਆ? 15,000 ਕਰੋੜ ਹੈ, ਪਰ ਉਹਦਾ ਜਿਹੜੀ ਦੀ ਪਰਫਾਰਮੈਂਸ ਆਪਾਂ ਦੇਖੀਏ ਉਹ ਜਮਾਂ ਹੀ ਹੈ ਨਹੀਂ। ਉਹ ਪਰਫਾਰਮੈਂਸ ਉਹਦੀ ਇਹ ਕਿ ਜਦੋਂ ਉਹਨੇ ਬੈਠਣਾ ਉਹਦੇ ਮੂੰਹ ਦੇ ਵਿੱਚੋਂ ਅੱਗ ਹੀ ਨਿਕਲਣੀ ਹੈ। ਆਮ ਤੌਰ ਤੇ ਪੱਤਰਕਾਰਾਂ ਦਾ ਹੁੰਦਾ ਕਿ ਉਹਨੇ ਸਵਾਲ ਕਰਨਾ ਸਰਕਾਰ ਨੂੰ, ਜੀ, ਪਰ ਉਹ ਸਰਕਾਰ ਦੀ ਬਜਾਏ ਵਿਰੋਧੀ ਧਿਰ ਵਾਲਿਆਂ ਨੂੰ ਵਿਰੋਧੀ ਧਿਰ ਦਾ ਰੋਲ ਅਦਾ ਕਰਦਾ ਹੈ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ 'ਚ ਪਾਲ ਘਰ ਦੇ ਵਿੱਚ 2 ਸਾਧੂ ਤੇ ਇੱਕ ਉਹਨਾਂ ਦਾ ਡਰਾਈਵਰ ਮਾਰਤਾ ਸੀ। ਉਹਨੇ ਇੱਕ ਟੀਵੀ ਪ੍ਰੋਗਰਾਮ ਆਯੋਜਿਤ ਕੀਤਾ ਤੇ ਸੋਨੀਆ ਗਾਂਧੀ ਜਿਹੜੀ ਬੜੇ ਲੰਬੇ ਅਰਸੇ ਤੋਂ 50-52 ਸਾਲ ਤੋਂ ਇਸ ਦੇਸ਼ ਦੇ ਵਿੱਚ ਰਹਿ ਰਹੀ ਹੈ ਜੀ, 2 ਬੱਚਿਆਂ ਦੀ ਮਾਂ ਹੈ, ਪਾਰਲੀਮੈਂਟ ਦੀ ਮੈਂਬਰ ਹੈ, ਸਾਬਕਾ ਪ੍ਰਧਾਨ ਮੰਤਰੀ ਦੀ ਵਾਈਫ ਹੈ ਜੀ, ਉਹਨੇ ਭਾਰਤੀ ਕਲਚਰ ਪੂਰੀ ਤਰ੍ਹਾਂ ਅਪਣਾਇਆ ਹੋਇਆ ਹੈ। ਇਹ ਕਹਿੰਦਾ ਵੀ ਮੇਰੇ ਸਮੇਤ ਭਾਰਤ ਦੇ ਲੋਕ ਉਤੋਂ ਸਵਾਲ ਪੁੱਛਦੇ ਆ ਵੀ ਉਹ ਬੋਲੀ ਕਿਉਂ ਨਹੀਂ ਸਾਧੂਆਂ ਤੇ ਫਿਰ ਕਹਿੰਦਾ ਵੀ ਉਹਨੇ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਈ ਹੈ ਉਧਵ ਠਾਕਰੇ ਦੀ ਜੀ, ਤੇ ਉਹਦਾ ਇਟਲੀ ਵਾਲਾ ਜਿਹੜਾ ਉਹਦਾ ਨਾਂ ਸੀ ਨਾ ਕੋਈ ਮੈਨੋ ਵਗੈਰਾ ਕੁਛ, ਉਹ ਨਾਂ ਲੈ ਕੇ ਕਹਿੰਦਾ ਹੁਣ ਉਹ ਇਟਲੀ ਦੇ ਵਿੱਚ ਰਿਪੋਰਟ ਭੇਜੂਗੀ ਵੀ ਆਹ ਦੇਖੋ ਜਿੱਥੇ ਮੇਰੀਆਂ ਸਰਕਾਰਾਂ ਬਣੀਆਂ ਮੈਂ ਸਾਧੂਆਂ ਦੇ ਕਤਲ ਕਰਵਾ ਰਹੀਆਂ। ਦੱਸੋ ਇਸ ਮਾਮਲੇ ਤੇ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਕੇਸ ਰਜਿਸਟਰ ਹੋ ਗਿਆ ਤੇ ਕੇਸ ਰਜਿਸਟਰ ਹੋਣ ਤੋਂ ਬਾਅਦ ਅਰਨਬ ਗੋਸਵਾਮੀ ਜੀ ਸੁਪਰੀਮ ਕੋਰਟ ਜਾਂਦਾ ਹੈ। ਐਪਲੀਕੇਸ਼ਨ ਜਾ ਕੇ ਰਜਿਸਟਰੀ ਕੋਲੇ ਦਾਇਰ ਨਹੀਂ ਕਰਦਾ, ਐਪਲੀਕੇਸ਼ਨ ਉਹਦੀ ਸਿੱਧੀ ਦਾਇਰ ਹੁੰਦੀ ਹੈ ਮਾਨਯੋਗ ਬੈਂਚ ਦੇ ਸਾਹਮਣੇ ਜੀ, ਤੇ ਜਿਹੜਾ ਕੰਮ ਰਜਿਸਟਰੀ ਨੇ ਕਰਨਾ ਸੀ ਉਹ ਵੀ ਬੈਂਚ ਨੇ ਆਪ ਹੀ ਕੀਤਾ ਹੈ। ਆਪ ਕਰਕੇ ਤੇ ਉਸ ਬੰਦੇ ਦੀ ਅਰੈਸਟ ਦੇ ਉੱਤੇ ਸਟੇ ਲਾਤੀ। ਇਹ ਤਾਂ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਾਂ ਦੂਜੀ ਵਾਰੀ ਹੋਇਆ, ਤਾਂ ਚਲੋ ਸਾਡੇ ਪਾਠਕ ਜਾਣਦੇ ਆ, ਸਾਡੇ ਸਰੋਤੇ ਜਾਣਦੇ ਆ ਜੀ। ਮਤਲਬ ਤੁਸੀਂ ਦੇਖੋ ਕਿ ਉਹਦੇ ਵਾਸਤੇ ਸੁਪਰੀਮ ਕੋਰਟ ਦੇ ਕੋਲੇ ਕਿੱਡੀ ਛੇਤੀ ਸਮਾਂ ਮਿਲ ਗਿਆ ਹਾਂਜੀ, ਉਹਦੀ ਸੁਣਵਾਈ ਕਰ ਲਈ। ਹੁਣ ਜਿਹੜੇ ਮਜ਼ਦੂਰ ਆ ਭੁੱਖੋਂ ਢਿੱਡੋਂ ਭੁੱਖੇ ਆ, ਬੁਰੀ ਉਹਨਾਂ ਦੀ ਹਾਲਤ ਹੈ, ਪੈਦਲੋਂ ਤੁਰੇ ਫਿਰਦੇ ਆ। ਜੇ ਭਾਰਤ ਸਰਕਾਰ ਇਹਦੇ ਤੇ ਕੋਈ ਕਾਰਵਾਈ ਕਰਦੀ ਹੁੰਦੀ ਉਹਨੂੰ ਕੀ ਦਿਖਦਾ ਨਹੀਂ ਭਾਰਤ ਸਰਕਾਰ ਨੂੰ? ਦਿਸਦਾ ਕਿਉਂ ਨਹੀਂ ਦਿਸਦਾ? ਜੇ ਉੱਥੇ ਕੋਈ ਕਾਰਵਾਈ ਸਰਕਾਰ ਨੇ ਆਪਣੇ ਲੈਵਲ ਤੇ ਨਹੀਂ ਕੀਤੀ ਤੇ ਜੈਰਾਮ ਰਮੇਸ਼ ਐਪਲੀਕੇਸ਼ਨ ਲੈ ਕੇ ਚਲਾ ਜਾਊਗਾ ਅਮਿਤ ਸ਼ਾਹ ਕੋਲੇ ਜੀ ਕਿ ਸ਼੍ਰੀਮਾਨ ਜੀ ਆ ਲੋ ਐਪਲੀਕੇਸ਼ਨ ਨੂੰ ਕਹਿ ਦੂਗਾ ਜੀ ਰੱਖ ਜੋ, ਇਹ ਤੇ ਵਿਚਾਰ ਕਰਾਂਗੇ ਤੇ 3-4 ਸਾਲ ਉਹ ਤੇ ਵਿਚਾਰ ਹੁੰਦੀ ਰਹੂਗੀ ਤੇ ਜਿੰਨੀ ਦੇਰ ਵਿਚਾਰ ਨਹੀਂ ਹੁੰਦੀ ਉਨੀ ਦੇਰ ਫਿਰ ਸੁਪਰੀਮ ਕੋਰਟ ਨਹੀਂ ਜਾ ਸਕਦੇ। ਸੋ ਗੱਲ ਇਹ ਭਾਵੇਂ ਛੋਟੀ ਹੈ ਪਰ ਜਿਵੇਂ ਕਹਿੰਦੇ ਹੁੰਦੇ ਨਾ ਰੌਲਾ ਸਹੇ ਦਾ ਨਹੀਂ, ਰੌਲਾ ਪਹੇ ਦਾ ਕਿ ਸਾਡੀ ਜੁਡੀਸ਼ਰੀ ਜਿਹੜੀ ਹੈ, ਜਿਹੜੀ ਪਹਿਲਾਂ ਇਲਜ਼ਾਮਾਤ ਲੱਗਦੇ ਰਹੇ ਹੈ ਜੀ, 4 ਜੱਜ ਸਾਹਿਬਾਨ ਨੇ ਵੀ ਲਾਇਆ ਸੀ ਕਿ ਸੁਪਰੀਮ ਕੋਰਟ ਨੂੰ ਕੋਈ ਅਧਿਕ ਸ਼ਕਤੀ ਬਾਹਰੋਂ ਡਿਕਟੇਟ ਕਰਦੀ ਹੈ। ਇਹ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ ਗਾਹੇ ਵਗਾਹੇ ਸਾਬਤ ਹੋ ਰਹੀਆਂ। ਫੈਸਲਾ ਮੰਨਣਾ ਪੈਂਦਾ ਹੈ, ਮੰਨਾਂਗੇ ਵੀ, ਅਸੀਂ ਕੋਈ ਕ੍ਰਿਟੀਸਾਈਜ਼ ਨਹੀਂ ਕਰਦੇ, ਲੇਕਿਨ ਸਾਡੇ ਵਿਚਾਰਾਂ ਦਾ ਪ੍ਰਗਟਾਵਾ ਜਿਹੜਾ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਕਿ ਜੇ ਜੁਡੀਸ਼ਰੀ ਦੇ ਵਿੱਚ ਵੀ ਸਾਨੂੰ ਕੋਈ ਆਨਾਕਾਨੀ ਲੱਗਦੀ ਹੈ ਤਾਂ ਉਹ ਗੱਲ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਜਿਹੜੇ ਸਰੋਤੇ ਹੈ ਉਹਨਾਂ ਦੇ ਨਾਲ ਸਾਂਝੀ ਕਰ ਸਕੀਏ। ਸੋ ਇਹ ਸਥਿਤੀ ਹੈ ਜੀ, ਇਸ ਕਰਕੇ ਸਾਨੂੰ ਇਹ ਗੱਲ ਸਾਂਝੀ ਕਰਨੀ ਪੈ ਰਹੀ ਹੈ ਜੀ। ਤੇ ਢਿੱਲੋਂ ਸਾਹਿਬ, ਵੈਸੇ ਕੱਲ੍ਹ ਇੱਕ ਖਬਰ ਤਾਂ ਰਹਿ ਗਈ ਸੀ, ਇੱਕ ਮੱਧ ਪ੍ਰਦੇਸ਼ ਦੇ ਪਰਿਵਾਰ ਨੂੰ ਤਾਂ ਲੈਟਰੀਨ 'ਚ ਹੀ ਕੁਆਰੰਟਾਈਨ ਕਰਤਾ
ਤੇ ਉਧਰ ਮੁਜ਼ੱਫਰਨਗਰ ਦੇ ਇੱਕੋ ਪਰਿਵਾਰ ਦੀਆਂ 3 ਔਰਤਾਂ ਨਾਲ ਜੋ ਹਾਲਾਤ ਕੀਤੇ ਹੈ, ਬਹੁਤ ਹੀ ਭਿਆਨਕ, ਜੀ ਬਹੁਤ ਹੀ ਭਿਆਨਕ। ਅਸਲ ਦੇ ਵਿੱਚ ਇਹ ਮੁਜ਼ੱਫਰਪੁਰ ਜਿਹੜਾ ਜ਼ਿਲ੍ਹਾ ਹੈ ਜੀ, ਬਿਹਾਰ ਦੇ ਵਿੱਚ ਹੈ। ਉਸ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਤੇ ਉਸ ਪਿੰਡ ਦਾ ਇੱਕ ਪਰਿਵਾਰ ਦਾ ਮੈਂਬਰ ਜੀ, ਟੂਣੇ ਟਾਮਣ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਅੱਛਾ ਜੀ, ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਗਿਆ, ਕਿਸੇ ਨੇ ਕੋਈ ਹੋਰ ਕਾਰਵਾਈ ਕਰਨੀ ਹੈ, ਉਹਦੇ ਕੋਲੇ ਜਾਓ ਤੇ ਜਾ ਕੇ ਉੱਥੋਂ ਟੂਣਾ ਟਾਮਣ ਕਰਵਾ ਲਓ, ਹਥੌਲਾ ਪਵਾ ਲਓ, ਟੂਣਾ ਪਵਾ ਲਓ, ਢਾਲਾ ਲੋਹਾ ਲਓ ਵਗੈਰਾ ਵਗੈਰਾ, ਜਿੰਨੇ ਵਹਿਮ ਪ੍ਰਸਤੀ ਵਾਲਾ ਸਾਰਾ ਸਿਲਸਿਲਾ। ਹਾਲਾਂਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਈ ਵਾਰੀ ਇੱਕ ਵਾਰੀ ਉਹ ਆਪਣੀ ਪੁਰਾਣੀ ਕਹਾਵਤ ਹੈ ਕਿ ਇੱਕ ਜੱਟ ਨੂੰ ਕੋਈ ਜੋਤਸ਼ੀ ਮਿਲ ਗਿਆ, ਕਹਿੰਦਾ ਵੀ ਤੇਰਾ ਨੁਕਸਾਨ ਹੋਊਗਾ ਜੀ, ਕਹਿੰਦਾ ਫਿਰ ਕੋਈ ਇਲਾਜ, ਉਹਨੇ ਦੱਸਿਆ ਕਹਿੰਦਾ 500-400 ਰੁਪਏ ਦਾ ਸਮਾਨ ਲੱਗੂਗਾ ਭਾਈ, ਤੂੰ ਲਿਆ ਤੇ ਤੇਰਾ ਮੈਂ ਇਲਾਜ ਕਰਨਾ, ਤੈਨੂੰ ਲੋੜ ਨਹੀਂ ਪੈਣੀ। ਉਹਦਾ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ। ਕਹਿੰਦਾ ਫੇਰ, ਕਹਿੰਦਾ ਚੱਲ ਥੋੜ੍ਹੇ ਜਿਹੇ ਘੱਟ ਕਰ ਲਾ। ਕਹਿੰਦਾ ਫੇਰ, ਕਹਿੰਦਾ ਵੀ ਨਾ, ਉਹ ਕਹਿੰਦਾ ਮੇਰੇ ਕੋਲ ਤਾਂ ਆਨਾ ਹੀ ਨਹੀਂ। ਕਹਿੰਦਾ ਜੀ ਫਿਰ ਆਨਾ ਨਹੀਂ ਤੇਰਾ ਕੀ, ਕਹਿੰਦਾ ਸ਼ਨੀ ਫਿਰ ਲੱਤ ਤੋੜ ਦੂਗਾ, ਜੇ ਤੇਰੇ ਕੋਲ ਹੈ ਹੀ ਕੱਖ ਨਹੀਂ, ਤੂੰ ਜਾ ਜਾਂਦਾ ਰਹਿ। ਇਵੇਂ ਜਿਵੇਂ ਕਿਸੇ ਨੂੰ ਹੋਰ ਨੂੰ ਜਾ ਕੇ ਕਹਿੰਦਾ ਵੀ ਤੇਰਾ ਨੁਕਸਾਨ ਹੋਣਾ, ਉਹਦਾ ਪੱਕੀ ਗੱਲ ਹੈ। ਕਹਿੰਦਾ ਹਾਂ। ਕਹਿੰਦਾ ਤੈਨੂੰ ਕੀ ਪਤਾ, ਕਹਿੰਦਾ ਵੀ ਮੈਨੂੰ ਦ੍ਰਿਸ਼ਟਾਂਤ ਮੇਰੇ ਸਾਹਮਣੇ, ਉਹਦਾ ਪੱਕੀ ਗੱਲ ਹੈ। ਕਹਿੰਦਾ ਹਾਂ। ਉਹਨੇ ਕਕਾ ਕੇ ਉਹਦੇ ਕੋਲੇ ਪੁਰਾਣੀ ਸੀ ਤੇ 2-3 ਪੁਰਾਣੀਆਂ ਜੜਤੀਆਂ, ਉਹ ਕਹਿੰਦਾ ਪੰਡਤਾ ਤੈਨੂੰ ਤੇਰੇ ਦਰਸ਼ਾਂਤ ਨੇ ਦੱਸਿਆ ਨਹੀਂ ਵੀ ਤੇਰੇ ਜੂਤ ਪੈਣਗੇ, ਤੇ ਉਹ ਚੁੱਪ ਕਰਕੇ ਤੁਰ ਗਿਆ। ਮਤਲਬ ਇਹ ਹੈ ਤਾਂ ਵਹਿਮ ਪ੍ਰਸਤੀ, ਪਰ ਲੋਕ ਇਹਦਾ ਸ਼ਿਕਾਰ ਹੋ ਜਾਂਦੇ। ਇਵੇਂ ਜਿਵੇਂ ਕੁਛ ਲੋਕ ਜਿਹੜੇ ਹੈਗੇ ਉਹਨਾਂ ਦੇ ਸ਼ਿਕਾਰ ਹੋਣ ਲੱਗ ਗਏ, ਉਹ ਲੁੱਟੇ ਪੁੱਟੇ ਜਾਣ ਲੱਗੇ। ਆਮ ਤੌਰ ਤੇ ਲੁੱਟੇ ਪੁੱਟੇ ਹੀ ਜਾਂਦੇ ਹੁੰਦੇ ਆ। ਜੀ ਜੀ। ਹੋਇਆ ਕਿ ਉਸੇ ਪਿੰਡ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਕੁਛ ਬੱਚਿਆਂ ਦੀ ਮੌਤ ਹੋ ਗਈ। ਅੱਛਾ ਜੀ। ਔਰ ਇਹ ਸਿਲਸਿਲਾ ਚੱਲਦਾ ਰਿਹਾ। ਵਹਿਮ ਪ੍ਰਸਤੀ ਜਿਹੜੀ ਹੈਗੀ ਹੈ ਬੰਦੇ ਨੂੰ ਦਿਮਾਗੀ ਤੌਰ ਤੇ ਖੁੰਡਾ ਕਰ ਦਿੰਦੀ, ਬਿਲਕੁਲ ਬੁਰਾ ਕਰ ਦਿੰਦੀ ਹੈ। ਡਰ ਬੜੇ ਤਕੜੀ ਚੀਜ਼ ਹੈ। ਚਲੋ ਹਾਂਜੀ। ਤੇ ਪਿੰਡ ਦੇ ਲੋਕਾਂ ਨੂੰ ਇਹ ਡਾਊਟ ਪੈਦਾ ਹੋ ਗਿਆ ਕਿ ਜਿਹੜਾ ਇਹ ਤਾਗੇ ਤਬੀਤ ਕਰਨ ਵਾਲਾ ਬੰਦਾ ਨਾ ਜੀ, ਇਹਦੇ ਤੋਂ ਕਿਤੇ ਕੋਈ ਨਾ ਕੋਈ ਜਿਹੜੀ ਹੈਗੀ ਪੁੱਟ ਸਿੱਧ ਹੋ ਗਈ ਤੇ ਇਹਦਾ ਕਰਕੇ ਸਾਡਾ ਨੁਕਸਾਨ ਹੋ ਗਿਆ ਜੀ। ਉਸ ਘਰ ਦੇ ਵਿੱਚ 3 ਔਰਤਾਂ ਸੀ। ਤੇ ਫਿਰ ਜਿਵੇਂ ਕੋਈ ਕਿਸੇ ਨੇ ਬਾਹਲੇ ਸਿਆਣੇ ਨੇ ਉਹਨਾਂ ਨੂੰ ਕਹਿਤਾ ਵੀ ਅਸਲ ਦੇ ਵਿੱਚ ਜਿਹੜੀਆਂ ਉਹ ਘਰ 'ਚ ਔਰਤਾਂ ਨਾ ਜੀ, ਇਹ ਔਰਤਾਂ ਨਹੀਂ, ਇਹ ਤਾਂ ਡੈਣਾ ਹੈ। ਓਹੋ, ਦੱਸੋ। ਇਹ ਤਾਂ ਕਈ ਵਾਰੀ ਹੋ ਚੁੱਕਿਆ। ਹਾਂਜੀ, ਇਹ ਡੈਣਾ ਹੈ ਤੇ ਡੈਣਾ ਨੂੰ ਇਹਨੇ ਬਸ ਕੀਤਾ ਹੋਇਆ। ਡੈਣਾ ਨੂੰ ਜਦੋਂ ਆਪਣਾ ਕੋਈ ਖੁਰਾਕ ਚਾਹੀਦੀ ਹੁੰਦੀ ਹੈ ਤੇ ਉਹ ਮਰਦਾਂ ਦਾ ਮਾਸ ਹੁੰਦਾ ਹੈ ਜੀ। ਇਸ ਕਰਕੇ ਡੈਣਾ ਦੇ ਲਈ ਜਿਹੜਾ ਹੈਗਾ ਮਾਸ ਦਾ ਪ੍ਰਬੰਧ ਕਰਦਾ ਤੇ ਬੱਚਿਆਂ ਦੀ ਜਿਹੜੀ ਹੈ ਮੌਤ ਹੁੰਦੀ ਹੈ ਉਹਦਾ ਕਰਕੇ। ਇਹ ਹਾਲਾਂਕਿ ਬੱਚੇ ਨੂੰ ਦਫਨਾਉਂਦੇ ਆ, ਸੰਸਕਾਰ ਕਰਦੇ, ਉਹਦਾ ਜੋ ਵੀ ਕਰਦੇ ਆ, ਹਾਂਜੀ, ਉਹਦੀ ਬੋਡੀ ਤਾਂ ਖਤਮ ਹੋ ਜਾਂਦੀ ਹੈ। ਲੇਕਿਨ ਜਿਹੜਾ ਵਹਿਮ ਹੁੰਦਾ, ਵਹਿਮ ਦੇ ਨਾਲ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਜੱਚ ਗਈ ਜੀ। ਤੇ ਫਿਰ ਇੱਕ ਭੀੜ ਇਕੱਠੀ ਹੋ ਕੇ ਕਹਿੰਦੀ ਵੀ ਚਲੋ ਚੱਲੀਏ। ਬਹਾਨਾ ਇਹ ਬਣਾ ਲਿਆ ਕਿ ਚਲੋ ਜਿਹੜਾ ਸਿਆਣਾ ਬੰਦਾ ਉਹਨਾਂ ਦਾ, ਉਹ ਤੋਂ ਆਪਾਂ ਕੋਈ ਟੂਣਾ ਟਾਮਣ ਕਰਾਉਣੇ ਜੀ। ਉਹ ਟੂਣਾ ਟਾਮਣ ਕਰਾਉਣ ਦੇ ਬਹਾਨੇ ਘਰ 'ਚ ਦਾਖਲ ਹੋ ਗਏ। ਘਰ 'ਚ ਦਾਖਲ ਹੋਣ ਤੋਂ ਬਾਅਦ ਜੀ ਫਿਰ ਉਹਨਾਂ ਨੇ ਲੇਡੀਜ਼ ਸੀਗੀਆਂ ਜਿਹੜੀਆਂ ਔਰਤਾਂ ਜੀ, ਔਰਤਾਂ ਦੇ ਵਾਲ ਕੁਤਰੇ। ਦੱਸੋ, ਇਕੱਲੇ ਵਾਲ ਨਹੀਂ ਕੁਤਰੇ, ਉਹਨਾਂ ਨੂੰ ਗੰਦਗੀ ਪਈ ਜੀ, ਗੰਦਗੀ ਪੀਣ ਲਈ ਮਜਬੂਰ ਕੀਤਾ। ਔਰ ਥ੍ਰੈਟ ਇੰਨਾ ਜ਼ਿਆਦਾ ਕੀਤਾ ਜੀ ਕਿ ਤੁਸੀਂ ਕਿਤੇ ਵੀ ਜਾ ਕੇ ਹੁਣ ਕੋਈ ਦਾਦ ਫਰਿਆਦ ਨਹੀਂ ਕਰੋਗੇ ਜੀ, ਤੁਸੀਂ ਥਾਣੇ ਵਗੈਰਾ ਨਹੀਂ ਜਾਓਗੇ, ਜੇ ਜਾਓਗੇ ਤਾਂ ਤੁਹਾਨੂੰ ਕਤਲ ਕਰ ਦੇਣਗੇ ਜੀ। ਪਰਿਵਾਰ ਤਰਬਕ ਇੰਨਾ ਗਿਆ, ਇੰਨਾ ਦਹਿਲ ਗਿਆ ਕਿ ਥਾਣੇ ਤੱਕ ਕੀ ਜਾਣਾ ਸੀ। ਉਸ ਪਰਿਵਾਰ ਨੇ ਉਹ ਪਿੰਡ ਹੀ ਛੱਡਤਾ, ਉੱਥੋਂ ਹਿਜਰਤ ਕਰ ਗਏ ਜੀ, ਜਿਹਨੂੰ ਪਲਾਇਨ ਵੀ ਕਹਿ ਦਿੰਦੇ ਆਪਾਂ। ਹਿਜਰਤ ਕਰਕੇ ਉਹ ਬਾਹਰ ਚਲੇ ਗਏ। ਔਰ ਬਾਹਰ ਜਾਣ ਤੋਂ ਬਾਅਦ ਜਿਹੜੀ ਅਗਲੀ ਗੱਲ ਭਿਆਨਕ ਹੈ ਕਿ SHO ਨੂੰ, ਥਾਣੇਦਾਰ ਨੂੰ, ਸੰਬੰਧਿਤ ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਕੀ ਕਰਦੇ ਹੋ। ਕਹਿੰਦਾ ਸਾਡੇ ਕੋਲ ਕਿਹੜਾ ਕੋਈ ਸ਼ਿਕਾਇਤ ਆਈ ਹੈ, ਜੇ ਸ਼ਿਕਾਇਤ ਆਊਗੀ ਤਾਂ ਫੇਰ ਹੀ ਇਹਦੇ ਤੇ ਕੋਈ ਗੌਰ ਫਰਮਾਵਾਂਗੇ ਜੀ। ਪਰ ਜਿਹੜੀ ਉਹਦੇ ਨਾਲੋਂ ਵੀ ਭਿਆਨਕ ਗੱਲ ਇਹ ਹੈ ਕਿ ਇਕੱਲਾ ਕੁਟਾਪਾ ਨਹੀਂ ਕੀਤਾ, ਗੰਦਗੀ ਪਲਾਈ ਨਹੀਂ, ਨਾਲ ਉਹਦੀ ਵੀਡੀਓ ਬਣਾਈ ਤੇ ਉਹ ਵੀਡੀਓ ਵਾਇਰਲ ਕਰਤੀ। ਦੱਸੋ, ਜਦੋਂ ਵੀਡੀਓ ਵਾਇਰਲ ਕਰਤੀ, ਸਿਆਣਾ ਪੱਤਰਕਾਰ ਸੀ ਕੋਈ ਤੁਹਾਡੇ ਵਰਗਾ, ਫਿਰ ਉਹਨੇ ਜ਼ਿਲ੍ਹੇ ਦੇ ਕਪਤਾਨ ਨਾਲ ਗੱਲ ਕੀਤੀ ਜੀ ਕਿ ਜੀ ਇਹਦਾ ਜਵਾਬ ਦਿਓ। ਇੱਕ ਵਾਇਰਲ ਘੁੰਮਦੀ ਫਿਰਦੀ ਹੈ, ਵੀਡੀਓ ਵਾਇਰਲ ਹੋਈ ਫਿਰਦੀ ਹੈ, ਘੁੰਮਦੀ ਫਿਰਦੀ ਹੈ ਸੋਸ਼ਲ ਮੀਡੀਆ ਤੇ, ਤੁਹਾਨੂੰ ਹੁਣ ਕੋਈ ਹੋਰ ਚਾਹੀਦਾ ਸਬੂਤ। ਫਿਰ SSP ਨੇ ਹੁਕਮ ਦਿੱਤਾ ਤੇ ਉਹਨੇ ਕਿਹਾ ਵੀ ਲਓ ਜੀ, ਅਸੀਂ ਇਹਦੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ। ਕਹਿਤਾ ਜ਼ਬਾਨੀ ਕਲਾਮੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰਵਾਈ ਸ਼ੁਰੂ ਹੋਈ ਹੈ ਜਾਂ ਨਹੀਂ, ਇਹ ਅੱਲਾ ਹੀ ਜਾਣਦਾ ਜੀ। ਚਲੋ ਸਾਹਿਬ, ਮੈਂ ਫਿਰ ਲਿਸਨਰਸ ਨੂੰ ਆਪਾਂ ਵੀ ਗੱਲ ਕਰਦੇ ਹਾਂ। ਅੱਜ ਕੱਲ੍ਹ ਕਰੋਨਾ ਕਰਕੇ ਕਰਫਿਊ ਵਾਲੀ ਸਥਿਤੀ ਹੈ, ਵੱਡੀਆਂ ਸੜਕਾਂ ਖਾਲੀ ਨੇ, ਕਈ ਬੰਦੇ ਰੇਸ ਲਾ ਲੈਂਦੇ ਆ, ਬੇਤਹਾਸ਼ਾ ਗੱਡੀਆਂ ਭਜਾ ਲੈਂਦੇ ਆ। ਪਿੱਛੇ ਜੇ ਵੀ ਕਾਫੀ ਨੁਕਸਾਨ ਹੋਇਆ। ਹੁਣ ਖਬਰ ਆ ਰਹੀ ਹੈ ਜੀ ਮਹਿਣਾ ਕੋਲੋਂ
ਜਿੱਥੇ 2 ਗੱਡੀਆਂ ਦੀ ਰੇਸ ਚੱਲ ਰਹੀ ਸੀ, ਢਿੱਲੋਂ ਸਾਹਿਬ ਅੱਗੋਂ ਜਗ੍ਹਾ ਨਹੀਂ ਮਿਲੀ, ਇੱਕ ਗੱਡੀ ਟਰੱਕ ਦੇ ਥੱਲੇ ਵੜ ਗਈ। ਓਏ ਹੋਏ ਹੋਏ। ਤੇ ਜਿਹੜੇ ਜਵਾਨ ਸੀਗੇ ਵਿੱਚ, ਉਹ ਹਜੇ ਕਹਿੰਦੇ ਬੜਾ ਭਿਆਨਕ ਐਕਸੀਡੈਂਟ ਹੈ। ਜਿਹੜਾ ਟਰੱਕ ਦੇ ਕਰੇਟਾ ਤਾਂ ਜਿਹੜੀ ਸੀਗੀ ਉਹ ਦਰਖਤ ਨਾਲ ਵੱਜੀ, ਕਰੋਲਾ ਜਿਹੜੀ ਸੀ ਉਹ ਟਰੱਕ ਦੇ ਥੱਲੇ ਵੜ ਗਈ। ਅੱਗੇ ਨੁਕਸਾਨ ਕੀ ਹੋਇਆ ਉਹ ਹਜੇ ਆਉਣਾ ਵਾ। ਇਹ ਮਹਿਣਾ ਜਿਹੜਾ ਹੈਗਾ ਮੋਗੇ ਵਾਲਾ ਮਹਿਣਾ, ਓਏ ਹੋਏ ਹੋਏ, ਸੜਕ ਵੱਡੀ ਸੜਕ ਨਾਲ ਵੱਡੀ ਭਜਾ ਲਈਆਂ ਹੋਣੀਆਂ ਜੀ। ਨਹੀਂ ਦਾਨੇਵਾਲ ਸਾਹਿਬ, ਇਹ ਦੇਖਣ ਦੀ ਗੱਲ ਆਈ ਹੈ। ਤੁਸੀਂ ਇਹ ਦੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਹਰ ਬੰਦਾ ਇਹ ਸੋਚਦਾ ਕਿ ਸੜਕਾਂ ਖਾਲੀ ਇਸੇ ਕਰਕੇ ਐਕਸੀਡੈਂਟ ਹੋ ਰਹੇ ਨੇ। ਦੇਖੋ ਇਸੇ ਕਰਕੇ ਬਚਦਾ ਨਹੀਂ ਉਹਦੇ ਚ। ਹਾਂ, ਐਕਸੀਡੈਂਟ ਭਿਆਨਕ ਹੋ ਰਹੇ ਆ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਆਮ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਇੱਕ ਫੈਸ਼ਨ ਬਣ ਗਿਆ ਜੀ। ਹੁਣ ਆਪਣੇ ਗੇਟ ਅੱਗੇ ਖੜੇ ਆ ਅਸੀਂ, ਇੱਥੋਂ ਅਗਾਂਹ ਤੋਂ ਜਾ ਕੇ ਮੋੜ ਹੈ ਰਸਤਾ, ਉਹ ਹੈ ਵੀ ਬੈਕ ਮੋੜ ਲਓ। ਇਹ ਇੱਕ ਕਿਸਮ ਦਾ ਫੈਸ਼ਨ ਬਣ ਗਿਆ ਔਰ ਇਹ ਬੜਾ ਘਾਤਕ ਹੈ। ਸਗੋਂ ਇਹਨਾਂ ਦਿਨਾਂ ਦੇ ਵਿੱਚ ਲੋੜ ਇਸ ਗੱਲ ਦੀ ਹੈ ਕਿ ਤੁਹਾਨੂੰ ਬਹੁਤ ਇhtiyat ਨਾਲ ਗੱਡੀ ਚਲਾਉਣੀ ਚਾਹੀਦੀ ਹੈ, ਰੱਖਣਾ ਪੈਂਦਾ, ਕਿਉਂਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਅੱਗੋਂ ਆਉਂਦਾ ਹੈ ਉਹ ਓਵਰ ਸਪੀਡ ਹੋਊਗਾ ਜੀ। ਔਰ ਆਮ ਤੌਰ ਤੇ ਮੇਰਾ ਇੱਕ ਮਿੱਤਰ ਹੈ, ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਹੈ, ਉਹ ਇਹ ਗੱਲ ਕਹਿੰਦਾ ਹੁੰਦਾ ਵੀ ਭਾਰਤ ਦੀਆਂ ਸੜਕਾਂ ਦੇ ਉੱਤੇ ਜਿਹੜੇ ਆ ਤੁਰੇ ਫਿਰਦੇ ਨਾ ਗੱਡੀਆਂ ਚਲਾਉਂਦੇ, ਇਹ ਅਸਲ ਦੇ ਵਿੱਚ ਪਸ਼ੂਆਂ ਨੇ ਬੰਦਿਆਂ ਵਾਲੇ ਕੱਪੜੇ ਪਾਏ ਹੋਏ ਨੇ। ਇਹਨਾਂ ਦੀ ਮਾਨਸਿਕਤਾ ਤੇ ਤੁਰੇ ਵੀ ਉਵੇਂ ਤੁਰੇ ਫਿਰਦੇ ਤੇ ਉਵੇਂ ਤੁਰੇ। ਮਾਨਸਿਕਤਾ ਅਜੇ ਤੱਕ ਪਸ਼ੂਆਂ ਵਾਲੀ ਹੈ ਵੀ ਕੱਪੜੇ ਜ਼ਰੂਰ ਪਾਏ ਹੋਏ ਆ, ਪਰ ਇਹ ਅਸਲ ਦੇ ਵਿੱਚ ਮਾਨਸਿਕਤਾ ਜਿਹੜੀ ਹੈ ਉਹਨਾਂ ਜਿਹੜੇ ਕਈ ਪਰਿਵਾਰਾਂ ਦੇ ਜਿਹੜੇ ਚਿਰਾਗ ਆ ਬੁਝ ਗਏ ਹੋਣਗੇ। ਸਿਰਫ ਤੇ ਸਿਰਫ ਇੱਕ ਸਪੀਡ ਕਰਕੇ ਦੇਖੀ ਜੀ, ਰੇਸਾਂ ਲਵਾਈਏ, ਰੇਸਾਂ ਰੂਸਾਂ ਲਵਾਉਣ ਵਾਲੇ ਮਾਮਲੇ ਛੱਡਣਾ ਚਾਹੀਦਾ। ਸਗੋਂ ਅੱਜ ਕੱਲ੍ਹ ਤਾਂ ਗੱਡੀ ਤਾਂ ਭੱਜ ਲੈਂਦੀ ਹੈ ਢਿੱਲੋਂ ਸਾਹਿਬ, ਬ੍ਰੇਕਾਂ ਨਹੀਂ ਲੱਗਦੀਆਂ। ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿਣਾ ਹੀ ਸੌਖਾ ਹੈ। ਤੇ ਵੱਡੀ ਆਰਥਿਕ ਰਾਹਤ ਕਰੋਨਾ ਦੇ ਸਮੇਂ ਦੇ ਵਿੱਚ ਜ਼ਰੂਰੀ ਹੈ, ਕਿਹਨੇ ਮੰਗ ਕੀਤੀ ਹੈ ਜੀ? ਇਹ ਮੰਗ ਜਿਹੜੀ ਕੀਤੀ ਹੈ ਜੀ ਅਭਿਜੀਤ ਬੈਨਰਜੀ ਹੈ। ਅਭਿਜੀਤ ਬੈਨਰਜੀ ਜਿਹੜਾ ਹੈ ਉਹ ਇੱਕ ਅਰਥ ਸ਼ਾਸਤਰੀ ਹੈ ਜੀ। ਉਹਨੂੰ ਤੇ ਉਹਦੀ ਵਾਈਫ ਨੂੰ ਆਰਥਿਕਤਾ ਦੇ ਖੇਤਰ 'ਚ ਪਿਛਲੇ ਸਮੇਂ 'ਚ ਨੋਬਲ ਅਵਾਰਡ ਮਿਲੇ। ਨੋਬਲ ਅਵਾਰਡ ਕਿਉਂ ਦਿੱਤਾ ਗਿਆ? ਤੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜਿਹੜੀ ਦੁਨੀਆ ਦੇ ਵਿੱਚ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ ਜੀ, ਭੁੱਖਮਰੀ ਦਾ ਸ਼ਿਕਾਰ ਰਹਿੰਦੇ ਆ, ਕੀ ਕੋਈ ਇਹਨਾਂ ਦਾ ਇਲਾਜ ਹੈ? ਇਸ ਸਿਸਟਮ ਦੇ ਵਿੱਚ ਹੁੰਦਿਆਂ ਹੋਇਆਂ, ਜਿਹੜਾ ਸਿਸਟਮ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਮਜ਼ਦੂਰ ਤੇ ਮਾਲਕ ਵਾਲਾ ਸਿਸਟਮ ਹੈ, ਇੱਥੇ ਲੋਕ ਭੁੱਖ ਨਾਲ ਨਾ ਮਰਨ ਜੀ। ਇਹਦੇ ਬਾਰੇ ਉਹਨਾਂ ਨੇ ਇੱਕ ਖੋਜ ਕੀਤੀ ਸੀ ਤੇ ਖੋਜ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ, ਇਸੇ ਸਿਸਟਮ ਦੇ ਵਿੱਚ ਅਜਿਹਾ ਪ੍ਰਬੰਧ ਕੀਤਾ ਜਾ ਸਕਦਾ ਕਿ ਗਰੀਬ ਜਿਹੜੇ ਹੈ ਜਿਉਂਦੇ ਰਹਿਣ, ਚੰਗੀ ਰੋਟੀ ਖਾ ਸਕਣ, ਚੰਗੀ ਆਪਣੇ ਬੱਚਿਆਂ ਨੂੰ ਉਹ ਪਰਵਰਿਸ਼ ਉਹਨਾਂ ਦੀ ਕਰ ਸਕਣ ਜੀ, ਵਗੈਰਾ ਵਗੈਰਾ ਜੀ। ਤੇ ਤੁਹਾਡੇ ਯਾਦ ਹੋਣਾ ਕਾਂਗਰਸ ਪਾਰਟੀ ਨੇ ਜਿਹੜਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ ਜੀ, ਉਸ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਇੱਕ ਬਿੰਦੂ ਸ਼ਾਮਲ ਕੀਤਾ ਸੀ, ਇੱਕ ਪੁਆਇੰਟ ਸ਼ਾਮਲ ਕੀਤਾ ਸੀ। ਉਹ ਪੁਆਇੰਟ ਕੀ ਸੀ? ਉਹਨਾਂ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਆ ਗਈ ਜੀ ਤਾਂ ਅਸੀਂ ਕਿਸਾਨੀ ਨੂੰ ਸਾਲ ਦਾ 72,000 ਰੁਪਈਆ ਜੀ ਉਹਨਾਂ ਦੇ ਅਕਾਊਂਟਸ ਦੇ ਵਿੱਚ ਪਾਵਾਂਗੇ, ਉਹਨਾਂ ਨੂੰ ਦੇਵਾਂਗੇ ਰਾਹਤ ਵਜੋਂ ਜੀ, ਭਾਵ 6,000 ਰੁਪਈਆ ਮਹੀਨੇ ਦਾ ਦੇਵਾਂਗੇ। ਹਾਂ, ਇਹ ਕਿਉਂ ਦੇਵਾਂਗੇ? ਉਹ ਇਸ ਕਰਕੇ ਕਿਉਂਕਿ ਕਿਸਾਨਾਂ ਨੂੰ ਜਿਹੜੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀ ਡਾਈਵਰਸੀਫਿਕੇਸ਼ਨ ਹੈਗੀ, ਉਹ ਡਾਈਵਰਸੀਫਿਕੇਸ਼ਨ ਇਸ ਕਰਕੇ ਨਹੀਂ ਹੁੰਦੀ ਕਿ ਜੇ ਉਹ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਪੈ ਗਏ ਜੀ, ਫਸਲ ਦਾ ਉਹਨਾਂ ਨੂੰ ਮੁੱਲ ਪੂਰਾ ਨਹੀਂ ਮਿਲਦਾ ਤੇ ਫਿਰ ਉਹ ਬੰਦੇ ਜਦੋਂ ਇਹ ਸੋਚਦੇ ਆ ਕਿ ਫਿਰ ਭੁੱਖੇ ਮਰਾਂਗੇ, ਬਿਲਕੁਲ ਜੀ, ਇਹਦਾ ਕਰਕੇ ਉਹ ਰਿਸਕ ਨਹੀਂ ਲੈਂਦੇ ਕਿ ਲੋਕ ਰਿਸਕ ਲੈਣ ਵਾਲੇ ਪਾਸੇ ਨੂੰ ਪੈਣ ਜੇ ਉਹਨਾਂ ਦੇ ਘੱਟੋ ਘੱਟ ਚੁੱਲ੍ਹੇ ਦੀ ਗਾਰੰਟੀ ਹੋਵੇ ਕਿ ਚੁੱਲ੍ਹਾ ਜਲਦਾ ਰਹੂਗਾ। ਇਹ ਉਹਨੇ ਪਲੈਨਿੰਗ ਦਿੱਤੀ ਸੀ ਔਰ ਇਸੇ ਪਲੈਨਿੰਗ ਦੇ ਆਧਾਰ ਦੇ ਉੱਤੇ ਰਾਹੁਲ ਗਾਂਧੀ ਨੇ ਜਿਹੜਾ ਉਹ ਆਪਣੇ ਉਹਦੇ ਵਿੱਚ ਪਾਇਆ ਸੀ ਜੀ। ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਸੋਨੀਆ ਗਾਂਧੀ ਨੇ ਇੱਕ ਸੁਝਾਅ ਦਿੱਤਾ ਸੀ ਪ੍ਰਧਾਨ ਮੰਤਰੀ ਨੂੰ, ਜਿਹੜੇ 5-7 ਉਹਨੇ ਸੁਝਾਅ ਦਿੱਤੇ ਸੀਗੇ ਕਿ ਇਸ ਲਾਕਡਾਊਨ ਦਾ ਮੁਕਾਬਲਾ ਕਿਵੇਂ ਕਰਨਾ ਹੈ ਜੀ। ਉਹਦੇ ਵਿੱਚ ਵੀ ਉਹਨੇ ਇਹ ਗੱਲ ਕਹੀ ਸੀ ਕਿ ਜਿਹੜੇ ਵੀਕਰ ਸੈਕਸ਼ਨ ਵਾਲੇ ਲੋਕ ਹੈ ਇਹਨਾਂ ਨੂੰ ਤੁਸੀਂ ਜਿਹੜੀ ਹੈ ਨਕਦ ਰਾਹਤ ਦਿਓ। ਇਹਨਾਂ ਨੂੰ ਵੀਕਰ ਸੈਕਸ਼ਨ ਦੇ ਵਿੱਚ ਹੀ ਆਉਂਦਾ ਕਿਸਾਨ ਵੀ ਜੀ, ਜਿਹੜਾ ਛੋਟਾ ਕਿਸਾਨ ਹੈ, ਖੇਤ ਮਜ਼ਦੂਰ, ਵੀ ਘੱਟੋ ਘੱਟ 70-72,000 ਰੁਪਇਆ 6,000 ਰੁਪਇਆ ਮਹੀਨੇ ਦੀ ਤੁਸੀਂ ਰਾਹਤ ਦਿਓ। ਇਹ ਬਹੁਤ ਜ਼ਰੂਰੀ ਹੈ ਜੀ। ਕਾਂਗਰਸ ਪਾਰਟੀ ਦਾ ਸਾਬਕਾ ਪ੍ਰਧਾਨ, ਭਾਵੇਂ ਉਹ ਸਾਬਕਾ ਹੋ ਗਿਆ ਲੇਕਿਨ ਉਹਦੀ ਮਾਂ ਪ੍ਰਧਾਨ ਹੈ, ਸਰਵੇ ਸਰਵਾ ਉਹੀ ਹੈ, ਉਹਦਾ ਨਾਂ ਰਾਹੁਲ ਗਾਂਧੀ ਹੈ ਜੀ। ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ, ਵੈਸੇ ਤਾਂ ਮੇਰੀ ਸਮਝ ਉਹਦੇ ਰਾਹੁਲ ਗਾਂਧੀ ਬਾਰੇ ਜਿਵੇਂ ਪਹਿਲਾਂ ਮੇਰੀ ਵੀ ਇੱਕ ਵਾਰੀ ਬਣ ਗਈ ਸੀ ਕਿ ਉਹਨੂੰ ਪੱਪੂ ਕਹਿੰਦੇ ਹੁੰਦੇ ਸੀ ਵੀ ਇਹਨੂੰ ਤਾਂ ਕੁਛ ਆਉਂਦਾ ਨਹੀਂ ਜਾਂਦਾ ਨਹੀਂ। ਤੇ ਮੈਂ ਕਾਂਗਰਸ ਪਾਰਟੀ ਦਾ ਇੱਕ ਲੀਡਰ ਜਿਹੜਾ ਛੱਡ ਚੁੱਕਿਆ, ਹੁਣ ਆਪਾਂ ਨਾਂ ਨਹੀਂ ਲੈਂਦੇ, ਕਾਂਗਰਸ ਪਾਰਟੀ ਤੋਂ ਬਾਹਰ ਹੋ ਗਿਆ, ਇੱਕ ਵਾਰੀ ਉਹਦੇ ਨਾਲ ਟੈਲੀਫੋਨ ਤੇ ਗੱਲਬਾਤ ਹੋ ਰਹੀ ਸੀ ਤੇ ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਜੀ ਇਹ ਜਿਹੜਾ ਰਾਹੁਲ ਗਾਂਧੀ ਨੇ ਤਾਂ ਲੋਲਾ ਹੈ। ਤੇ ਉਹਦਾ ਮੈਨੂੰ ਕਹਿਣਾ ਸੀ, ਕਹਿੰਦਾ ਲੋਲਾ ਲਾਲਾ ਕੋਈ ਨਹੀਂ,
ਇਹ ਤਾਂ ਕਈ ਵਾਰੀ ਜਦੋਂ ਬੰਦੇ ਨੂੰ ਬਦਨਾਮ ਕਰਨਾ ਹੁੰਦਾ ਨਾ ਉਦੋਂ ਉਦੋਂ ਕਹਿ ਕਹਿ ਦਿੰਦੇ। ਉਹ ਜਿਵੇਂ ਲੇਲੇ ਨੂੰ ਕਹਿਤਾ ਸੀ ਵੀ ਤੂੰ ਕਤੂਰਾ ਚੱਕੀ ਜਾਂਦਾ, ਉਹ ਕਹਿੰਦਾ ਲੇਲੇ ਨੂੰ ਕਤੂਰਾ ਬਣਾਉਂਦੇ, ਬੰਦੇ ਨੂੰ ਬਦਨਾਮ ਕਰਦੇ। ਬੰਦਾ ਇੰਟੈਲੀਜੈਂਟ ਹੈ, ਉਹਦੀ ਦਿਮਾਗ ਉਹਦਾ ਕੰਮ ਕਰਦਾ, ਸਮਝਦਾ ਕੁਛ ਨਾ ਕੁਛ। ਇਹ ਠੀਕ ਹੈ ਕਿ ਉਹਦੇ 'ਚ ਪੋਲੀਟੀਕਲ ਮੈਚੋਰਿਟੀ ਹੈ ਨਹੀਂ, ਲੇਕਿਨ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਕਰੋਨਾ ਵਾਲੀ ਗੱਲ ਬਣੀ ਵੀ ਹੈ, ਇੱਕ ਸੰਕਟ ਪਿਆ, ਆਰਥਿਕ ਸੰਕਟ ਹੈ, ਲਾਕਡਾਊਨ ਚੱਲਦਾ ਹੈ, ਕਰਫਿਊ ਚੱਲਦਾ ਹੈ, ਦੇਸ਼ ਨੂੰ ਸੰਕਟ 'ਚੋਂ ਕਿਵੇਂ ਕੱਢਿਆ ਜਾਵੇ। ਜੀ, ਮੇਰਾ ਖਿਆਲ ਹੈ ਵੀ ਬਹੁਤ ਘੱਟ ਲੋਕ ਹੈ ਜਿਹੜੇ ਇਸ ਮੁੱਦੇ ਨੂੰ ਵਿਚਾਰ ਰਹੇ, ਵਿਚਾਰ ਹੀ ਨਹੀਂ ਰਿਹਾ ਕੋਈ। ਜੇ ਕਿਸਾਨ ਸੰਕਟ 'ਚੋਂ ਕੱਢਣਾ ਹੁੰਦਾ ਤਾਂ ਡੀਜ਼ਲ ਤੇਲ ਦੀਆਂ ਕੀਮਤਾਂ ਦੇ ਉੱਤੇ ਚਲੋ ਵਾਧਾ ਕਿਉਂ ਕਰਦੇ? ਹਾਂ, ਉਹਨੇ ਹੁਣ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਰਥ ਸ਼ਾਸਤਰੀਆਂ ਦੇ ਨਾਲ ਸੰਪਰਕ ਸਾਧਨੇ ਸ਼ੁਰੂ ਕੀਤੇ ਜੀ। ਵੈਸੇ ਅਰਥ ਸ਼ਾਸਤਰੀ ਇਸ ਵੇਲੇ ਕਾਂਗਰਸ ਪਾਰਟੀ ਕੋਲੇ ਆਪਦੇ ਕੋਲੇ ਡਾਕਟਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਬੈਠੇ ਹੈ ਜੀ, ਮਾਊਂਟ ਟੇਕ ਸਿੰਘ ਆਲੂ ਵਾਲੀਆ ਦੇ ਰੂਪ ਦੇ ਵਿੱਚ ਵੀ ਬੈਠੇ ਹੈ, ਪਰ ਉਹਨੇ ਹੋਰ ਅਰਥ ਸ਼ਾਸਤਰੀ ਜਿਹੜੇ ਚਰਚਿਤ ਹੈ ਇਸ ਵੇਲੇ ਰਾਜਨੀਤੀ ਤੋਂ ਦੂਰ, ਉਹਨਾਂ ਨਾਲ ਤਾਲਮੇਲ ਕੀਤਾ ਸੀ। ਪਿਛਲੇ ਸਮੇਂ ਤੁਹਾਡੇ ਯਾਦ ਹੋਣਾ ਹੈ, ਆਪਾਂ ਖਬਰ ਡਿਸਕਸ ਵੀ ਕੀਤੀ ਸੀ ਜੀ, ਉਹ ਉਹਨਾਂ ਨੇ ਕੀਤੀ ਸੀ ਰਘੂ ਰਾਮ ਰਾਜਨ ਦੇ ਨਾਲ ਗੱਲਬਾਤ। ਰਘੂ ਰਾਮ ਰਾਜਨ ਭਾਰਤ ਦੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਗਵਰਨਰ ਰਹੇ, ਅਰਥ ਸ਼ਾਸਤਰੀ ਹੈ। ਰਘੂ ਰਾਮ ਰਾਜਨ ਨੇ ਵੀ ਉਦੋਂ ਕਹੀ ਸੀ ਕਿ ਜਿਹੜੀ ਹੈ ਪੈਸਾ ਜੀ ਮਾਰਕੀਟ ਨੂੰ ਚੱਲਦਾ ਰੱਖਣ ਵਾਸਤੇ, ਮਾਰਕੀਟ ਨੂੰ ਪਟੜੀ ਤੇ ਚਾੜਨ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਲੋਕਾਂ ਦੀ ਪਰਚੇਜਿੰਗ ਕਪੈਸਿਟੀ ਵਧਾਈ ਜਾਵੇ ਜੀ। ਪਰਚੇਜਿੰਗ ਕਪੈਸਿਟੀ ਕਿਹਦੀ ਵਧਾਉਣੀ ਹੈ? ਜਿਸ ਬੰਦੇ ਦੇ ਕੋਲੇ ਆਪਦੇ ਘਰੇ 2 ਕਰੋੜ ਰੁਪਈਆ ਬਣਿਆ, ਉਹਦੀ ਪਰਚੇਜਿੰਗ ਕਪੈਸਿਟੀ ਹੈਗੀ, ਉਹਨੇ ਕੁਝ ਖਰੀਦਣਾ ਹੀ ਨਹੀਂ। ਖਰੀਦੂ ਉਹ ਜਿਹੜਾ ਬਿਲਕੁਲ ਹੇਠਲੇ ਲੈਵਲ ਦਾ ਬੰਦਾ ਹੈ ਜੀ, ਮਜ਼ਦੂਰ ਹੈ, ਕਿਸਾਨ ਹੈ, ਕੋਈ ਵਾਈਟ ਕਾਲਰ ਹੈਗੇ, ਜਿਹਨੇ ਰੋਜ਼ ਦੀ ਰੋਜ਼ ਆਪਣਾ ਸਮਾਨ ਖਰੀਦਣਾ ਹੈ ਜੀ। ਆਮ ਤੌਰ ਤੇ ਜਿਹੜਾ ਪਿੱਛੇ ਆਪਣੇ ਕੋਲੇ ਅੰਕੜੇ ਆਏ ਸੀ, ਉਹਦੇ ਵਿੱਚ ਇਹ ਆਇਆ ਸੀ ਕਿ ਕੁਛ ਲੋਕ ਤਾਂ ਉਹ ਹੈ 40 ਕਰੋੜ ਲੋਕ ਤਾਂ ਉਹ ਹੈ ਜਿਹੜੇ ਬਿਲਕੁਲ ਜਿਨ੍ਹਾਂ ਦੇ ਘਰੇ ਖਾਣ ਨੂੰ ਕੁਛ ਹੈ ਨਹੀਂ ਜੀ, ਤੇ 40 ਕਰੋੜ ਬੰਦੇ ਉਹ ਸੀ, 40 ਮਤਲਬ 70-80 ਦੇ ਕਰੀਬ ਬਣਦੇ ਜਿਹੜੇ ਜਿਨ੍ਹਾਂ ਦੇ ਕੋਲੇ 15 ਦਿਨਾਂ ਦਾ ਰਾਸ਼ਨ ਤੇ 15 ਦਿਨਾਂ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਵਾਸਤੇ ਮੁਸ਼ਕਲ ਹੋ ਜਾਣੇ। ਜਿਹੜੇ ਇਹ ਲੋਕ ਹੈ ਅਸਲ ਦੇ ਵਿੱਚ ਜਦੋਂ ਫਿਰ ਖਰੀਦ ਫਰੋਖਤ ਤਾਂ ਉਹਨਾਂ ਨੇ ਕਰਨੀ ਹੁੰਦੀ ਹੈ, ਉਹਨਾਂ ਨੇ ਹੀ ਸਮਾਨ ਲੈਣਾ ਹੁੰਦਾ ਮਾਰਕੀਟ ਦੇ ਵਿੱਚ, ਉਹੀ ਜਾਣਗੇ ਜੀ। ਉਦੋਂ ਅਭਿਜੀਤ ਬੈਨਰਜੀ ਤੋਂ ਪਹਿਲਾਂ ਜਿਹੜਾ ਰਘੂ ਰਾਮ ਰਾਜਨ ਨੇ ਕਿਹਾ ਸੀ ਕਿ ਇਹਨਾਂ ਨੂੰ ਜਿਹੜੀ ਡਾਇਰੈਕਟ ਪੇਮੈਂਟ ਹੋਣੀ ਚਾਹੀਦੀ ਹੈ। ਹੁਣ ਇਹੀ ਸਵਾਲ ਪੁੱਛਿਆ ਅਭਿਜੀਤ ਬੈਨਰਜੀ ਨੂੰ, ਰਾਹੁਲ ਗਾਂਧੀ ਨੇ ਉਹਦੇ ਨਾਲ ਸਿੱਧੀ ਗੱਲ ਕੀਤੀ ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਤਾਂ ਉਹਦਾ ਮਤਲਬ ਸੀ ਕਿ ਭਾਰਤ ਦੀ 60% ਦੀ ਆਬਾਦੀ ਹੈ ਜਿਹੜੀ ਜੀ, 60% ਦੀ ਆਬਾਦੀ ਨੂੰ ਡਾਇਰੈਕਟ ਜਿਹੜੀ ਹੈਗੀ ਹੈ ਪੇਮੈਂਟ ਕਰਨੀ ਚਾਹੀਦੀ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਇਹਨਾਂ ਤੋਂ ਉਗਰਾਹੀ ਹੋਣੀ, ਇਹਨਾਂ ਨੂੰ ਫ੍ਰੀ ਆਫ ਕਾਸਟ ਮਤਲਬ ਜਿਹੜਾ ਹੈਗਾ 10-20 ਹਜ਼ਾਰ ਰੁਪਈਆ ਤੁਸੀਂ ਇਹਨਾਂ ਨੂੰ ਦਿਓ। ਜੇ ਤੁਸੀਂ ਇਹਨਾਂ ਨੂੰ ਪੈਸਾ ਦਿਓਗੇ ਤਾਂ ਇਸ ਪੈਸੇ ਨੂੰ ਲੈ ਕੇ ਉਹ ਮਾਰਕੀਟ ਜਾਣਗੇ, ਮਾਰਕੀਟ ਦਾ ਚੱਕਰ ਚੱਲਦਾ ਰਹੂ। ਆਪਣੇ ਹੁਣ ਜਿਹੜੀ ਮਾਰਕੀਟ ਨੂੰ ਰਫੜ ਕਿੱਥੇ ਪਿਆ ਹੈ, ਜਿਹੜੀ ਇਸ ਵੇਲੇ ਇਕਨੋਮੀ ਸਾਡੀ ਥੱਲੇ ਬੈਠੀ ਹੈ, ਉਹਦਾ ਕਾਰਨ ਇਹ ਸੀ ਕਿ ਜਿਹੜੀ ਨੋਟਬੰਦੀ ਕੀਤੀ ਸੀ ਜੀ, ਨੋਟਬੰਦੀ ਦੀ ਵਜ੍ਹਾ ਕਾਰਨ ਜਿਹੜੀ ਤੁਹਾਡੀ ਹੱਥੋਂ ਹੱਥੀ ਹੁੰਦੀ ਸੀ ਕਿ ਇੱਕ ਬੰਦਾ ਸਵੇਰੇ ਕੁਛ ਖਰਚ ਕਰਦਾ ਹੈ, ਸ਼ਾਮ ਨੂੰ ਕਮਾਉਂਦਾ ਤੇ ਅਗਲੇ ਦਿਨ ਸਰਕੂਲੇਸ਼ਨ ਦੇ ਵਿੱਚ ਉਹ ਪੈਸਾ ਰਹਿੰਦਾ ਸੀ ਜੀ। ਹੁਣ ਜਦੋਂ ਨੋਟਬੰਦੀ ਕਰਤੀ, ਸਾਰੇ ਪੈਸੇ ਜਮ੍ਹਾਂ ਹੋ ਗਏ, ਸਰਕੂਲੇਸ਼ਨ ਦੇ ਵਿੱਚ ਤਾਂ ਪੈਸਾ ਰਿਹਾ ਨਹੀਂਗਾ। ਜਿਹੜੇ ਵੱਡੇ ਚੋਰ ਸੀ ਉਹਨਾਂ ਨੇ ਬੈਂਕਾਂ ਦੇ ਨਾਲ ਕਰਕੇ ਗਿਟਮਿਟ ਤੇ ਆਪਣੀ ਜਿਹੜੀ ਹੈ ਕਾਲੀ ਕਮਾਈ ਆ ਉਹ ਸਫੈਦ ਕਰ ਲਈ ਜੀ, ਤੇ ਜਿਹਦੇ ਕੋਲੇ ਸਹੀ ਮਾਇਨੇ ਦੇ ਵਿੱਚ ਚਿੱਟੀ ਕਮਾਈ ਸੀ ਉਹਦੀ ਉਹ ਜਮ੍ਹਾਂ ਹੋ ਗਈ, ਉਹ ਸਿਸਟਮ ਸਾਰਾ ਹੋ ਗਿਆ। ਇਸ ਕਰਕੇ ਉਹਨਾਂ ਨੇ ਹੁਣ ਇਹ ਸਲਾਹ ਦਿੱਤੀ ਹੈ ਕਿ ਜ਼ਰੂਰੀ ਹੈ ਕਿ ਜਿਹੜੇ ਆਮ ਹੇਠਲੇ ਪੱਧਰ ਦੇ ਲੋਕ ਹੈ ਉਹਨਾਂ ਨੂੰ ਇਹ ਮਦਦ ਮੁਹੱਈਆ ਕਰਾਈ ਜਾਵੇ। ਤੇ ਉਧਰ ਸ਼ਰਾਬ ਬਾਰੇ ਕੀ ਕਹੋਗੇ? ਵੈਸੇ ਤਾਂ ਸ਼ਰਾਬ ਤਾਂ ਸਾਰੇ ਖੁੱਲ੍ਹ ਗਈ, ਲਾਈਨਾਂ ਲੱਗੀਆਂ ਨੇ, ਲੇਡੀਜ਼ ਵੀ ਵਿੱਚੋਂ ਕਹੀ ਜਾਂਦੀਆਂ ਸਾਡਾ ਉਹ ਜੁੰਡੇ ਨਾ ਪਟਾਓ। ਸੋ ਪੰਜਾਬ ਦੇ ਵਿੱਚ ਵੀ ਹੁਣ ਸ਼ਰਾਬਬੰਦੀ ਕੱਲ੍ਹ ਤੋਂ ਖੁੱਲ੍ਹ ਚੱਲੀ ਹੈ, ਭਾਵੇਂ ਮਗਰੋਂ ਹੀ ਹੈ, ਜਿਵੇਂ ਕਰਫਿਊ ਪਹਿਲਾਂ ਲਾਤਾ ਸੀ, ਸ਼ਰਾਬਬੰਦੀ ਮਗਰੋਂ ਖੋਲ੍ਹੀ ਹੈ ਜੀ। ਨਹੀਂ, ਸ਼ਰਾਬਬੰਦੀ ਤਾਂ ਪੰਜਾਬ ਵਾਲੇ ਪਹਿਲਾਂ ਹੀ ਖੋਲ੍ਹਣ ਨੂੰ ਤਿਆਰ ਸੀ, ਕਿਉਂਕਿ ਪੰਜਾਬ ਦਾ ਰੈਵਨਿਊ ਹੈ ਜਿਹੜਾ ਜੀ, ਉਹ ਰੈਵਨਿਊ ਦਾ ਵੱਡਾ ਹਿੱਸਾ ਸ਼ਰਾਬ ਤੋਂ ਹੀ ਆਉਂਦਾ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਸੀ ਕੇਂਦਰ ਸਰਕਾਰ ਤੋਂ, ਜੀ ਇਜਾਜ਼ਤ ਦੇ ਦਿਓ, ਅਸੀਂ ਆਪਣੀ ਸ਼ਰਾਬ ਵਾਲਾ ਕੰਮ ਸ਼ੁਰੂ ਕਰ ਲਈਏ, ਸਾਡਾ ਰੈਵਨਿਊ ਸਾਨੂੰ ਆਉਂਦਾ ਰਹੇ। ਲੇਕਿਨ ਕੇਂਦਰ ਸਰਕਾਰ ਨੇ ਕਹਿਤਾ ਸੀ ਨਹੀਂ, ਔਰ ਸ਼ਰਾਬ ਤਾਂ ਵਿਕਦੀ ਰਹੀ ਸੀ ਜੀ। ਮੇਰੀ ਕੱਲ੍ਹ ਹੀ ਕਿਸੇ ਸੱਜਣ ਨਾਲ ਗੱਲ ਹੋਈ, ਉਹਨਾਂ ਦੇ ਸੰਪਰਕ ਦੇ ਵਿੱਚ ਕੋਈ ਵਿਅਕਤੀ ਸੀ ਜਿਹੜਾ ਵਿਅਕਤੀ ਕਿਸੇ ਸ਼ਰਾਬ ਕੰਪਨੀ ਦੇ ਕੋਲੇ ਮੈਨੇਜਰ ਲੱਗਿਆ ਹੋਇਆ ਹੈ। ਉਹਨਾਂ ਦੇ ਘਰੇ ਚਲੇ ਗਏ ਤੇ ਕਹਿੰਦੇ ਜੀ ਜਾਣਾ ਹੈ ਅਸੀਂ, ਉਹ ਕੰਮ ਸੀ, ਕਹਿੰਦਾ ਨਾਲ ਜਿਹੜਾ ਕੋਈ ਹੋਰ ਬੰਦਾ ਸੀ, ਕਹਿੰਦਾ ਮੁੜ ਕੇ ਆ ਜਾਵਾਂਗੇ ਤੁਹਾਡੇ ਕੋਲੇ ਜੀ। ਉਹ ਕਹਿੰਦਾ ਜੀ 2-2.5 ਘੰਟਿਆਂ ਬਾਅਦ ਉਹ ਮੁੜ ਕੇ ਆ ਗਏ ਤੇ ਆ ਕੇ ਉਹਨਾਂ ਨੇ ਕਿਹਾ ਜੀ ਅਸੀਂ ਮੁਕਾਏ ਆਪਦਾ ਕੰਮ। ਮੈਂ ਕਿਹਾ ਕਿੰਨਾ ਕੰਮ ਮੁਕਾਏ ਤੁਹਾਨੂੰ? ਘੰਟੇ ਦਾ। ਕਹਿੰਦੇ 2.5-3 ਕਰੋੜ ਰੁਪਈਆ ਸੀ ਸਾਰਾ, ਬਸ ਉਹੀ ਹੇਠਾਂ ਉੱਤੇ ਕਰਨਾ ਸੀ, ਕਰੇ ਉਹ 2.5-3 ਕਰੋੜ ਰੁਪਈਆ ਕਾਹਦਾ? ਕਹਿੰਦੇ ਸ਼ਰਾਬ ਵਾਲਾ ਜਮ੍ਹਾਂ ਕਰਵਾ ਕੇ। ਸ਼ਰਾਬ ਤਾਂ ਬੰਦ ਹੈ, ਕਹਿੰਦੇ ਤੁਹਾਨੂੰ ਦੀਦੀ ਇਹ ਸ਼ਰਾਬ ਬੰਦ।
ਇਵੇਂ ਜਿਵੇਂ ਇੱਕ ਬੈਂਕ ਦਾ ਤਜਰਬਾ ਹੈ। ਜੀ ਇੱਕ ਬੈਂਕ ਦੇ ਵਿੱਚ ਇੱਕ ਹੋਰ ਸੱਜਣ ਜਾਂਦਾ ਹੈ, ਬੈਂਕ ਮੁਲਾਜ਼ਮ ਨੂੰ ਜਾਣਦੇ ਸੀ, ਉਹ ਕਹਿੰਦੇ ਜੀ ਤੁਸੀਂ ਫੇਰ ਆ ਜਾਓ। ਉਹ ਯਾਰ ਮੈਨੂੰ ਕਰਵਾਉਣਾ ਮੁਸ਼ਕਿਲ ਆ, ਮੈਂ ਤਾਂ ਇੱਥੇ ਪਾਸੇ ਜਿਹੇ ਹੋ ਕੇ ਬੈਠ ਜਾਣਾ। ਉਹ ਪਾਸੇ ਜਿਹੇ ਬੈਠ ਕੇ ਤੇ ਨਾਲ ਦੀ ਨਾਲ ਹੀ ਕਰੋੜਾਂ ਰੁਪਈਆਂ ਦਾ ਕੰਮ ਧੰਦਾ ਉੱਥੇ ਹੋ ਗਿਆ। ਉਹਦਾ ਵੀ ਇਹ ਕੀ, ਕਹਿੰਦੇ ਜੀ ਇਹ ਸ਼ਰਾਬ ਵਾਲਾ। ਉਹ ਕਹਿੰਦਾ ਬੰਦ, ਕਹਿੰਦੇ ਜੀ ਤੁਹਾਨੂੰ ਬੰਦ ਲੱਗਦੀ ਹੈ, ਬੰਦ ਕਾਹਨੂੰ ਹੈ, ਇਹ ਕੰਮ ਤਾਂ ਚੱਲੀ ਜਾਂਦਾ ਹੈ। ਸੋ ਇਹ ਕੰਮ ਚੱਲੀ ਜਾਂਦਾ ਸੀ, ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਰੈਵਨਿਊ ਆਉਂਦਾ ਉਹ ਨਹੀਂ ਆਉਂਦਾ ਸੀ। ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਫਿਰ ਭਾਰਤ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਸੀਂ ਤਾਂ ਕਿਸੇ ਨੂੰ ਆਨਾ ਦੇਣਾ ਨਹੀਂ, ਤੇ ਸਰਕਾਰਾਂ ਜਿਹੜੀਆਂ ਸੂਬਿਆਂ ਦੀਆਂ ਜੋ ਆਪਦਾ ਕੰਮ ਨਾ ਚਲਾ ਸਕਣ, ਕਿਤੇ ਲੋਕ ਸੜਕਾਂ ਤੇ ਨਾ ਨਿਕਲ ਪੈਣ, ਫਿਰ ਇਹਨਾਂ ਨੇ ਜਿਹੜਾ ਸੀ ਉਹ ਪੁਰਾਣੀ ਜਿਹੜੀ ਆਪਣੀ ਗਲਤੀ ਸੀ ਉਹ ਦਰੁਸਤ ਕੀਤੀ। ਜੀ ਉਹਦਾ ਨਤੀਜਾ ਕੀ ਹੋਇਆ, ਜਿਵੇਂ ਤੁਸੀਂ ਦੱਸਿਆ ਕਿ ਬੀਬੀਆਂ ਵੀ ਬਾਜ਼ਾਰ 'ਚ ਨਿਕਲ ਆਈਆਂ ਵਿਰੋਧ ਦੇ ਵਿੱਚ ਕਿ ਇਹ ਸਾਡੇ ਕਿਉਂ ਮੌਰ ਕਟਾਉਣੇ ਹੋ ਤੁਸੀਂ, ਇਹਨਾਂ ਨੂੰ ਦਾਰੂ ਪਿਆਈ ਜਾਂਦੇ। ਜੀ ਜੀ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਦਾਰੂ ਲੈਣ ਵਾਸਤੇ। ਜੀ ਕਈ ਥਾਵਾਂ ਤੇ ਪੁਲਿਸ ਵਾਲਿਆਂ ਨੂੰ ਡੰਡਾ ਪਰੇਡ ਵੀ ਕਰਨੀ ਪਈ। ਔਰ ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ ਤਾਂ ਪਹਿਲਾਂ ਖੋਲਤੀ ਸ਼ਰਾਬ, ਤੇ ਅੱਜ ਉਹਨਾਂ ਨੇ ਬੰਦ ਵੀ ਕਰਤੀ। ਅੱਛਾ, ਬੰਦ ਵੀ ਕਰਤੀ। ਉਹ ਕਹਿੰਦੇ ਕਰੀਏ ਕੀ ਕਿ ਲੋਕ ਇਕੱਠੇ ਨੇ ਜ਼ਿਆਦਾ ਹੋ ਜਾਂਦੇ, ਸੋਸ਼ਲ ਡਿਸਟੈਂਸਿੰਗ ਵਾਲੀ ਤਾਂ ਗੱਲ ਹੀ ਖਤਮ ਹੋ ਗਈ। ਹਾਂਜੀ, ਹੁਣ ਸ਼ਰਾਬ ਤਾਂ ਕੱਲ ਤੋਂ ਪੰਜਾਬ ਦੇ ਵਿੱਚ ਵੀ ਖੁੱਲ ਰਹੀ ਹੈ। ਲੇਕਿਨ ਇਹਨਾਂ ਨੇ ਜਿਹੜਾ ਦੂਜੀਆਂ ਸਟੇਟਾਂ ਦਾ ਤਜਰਬਾ ਸੀ ਉਹ ਤੋਂ ਕੁਝ ਸਿੱਖ ਲਿਆ। ਅੱਛਾ, ਕਹਿੰਦੇ ਹੋਮ ਡਿਲੀਵਰੀ ਦੇ ਦਿਓ। ਇਹ ਕਹਿੰਦੇ ਯਾਰ ਮਤਲਬ ਵੀ ਉਹ ਨਾ ਵੀ ਉੱਥੇ ਨਾ ਖੜਨ ਜਾ ਕੇ ਲੋਕ, ਹੋਮ ਡਿਲੀਵਰੀ ਦੇ ਦਿਓ। ਉਹ 20-30 ਰੁਪਏ 50 ਰੁਪਏ ਵੱਧ ਲੈ ਲੈਣਗੇ, ਤੇ ਟੈਲੀਫੋਨ ਕਰਨਾ ਤੁਸੀਂ ਵੀ ਮੇਰਾ ਘਰ ਨੰਬਰ ਇੰਨਾ ਤੇ ਭਾਈ ਮੈਨੂੰ 2 ਬੋਤਲਾਂ ਭੇਜ ਦਿਓ, 1 ਬੋਤਲ ਭੇਜ ਦਿਓ, ਤੁਹਾਡੇ ਘਰੇ ਪਹੁੰਚ ਜੂਗੀ। ਜੀ ਹੋਮ ਡਿਲੀਵਰੀ ਵਾਲਾ ਕੰਮ ਜਿਹੜਾ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਰਿਹਾ ਹੈ, ਪਰ ਪੰਜਾਬ ਦੀ ਕਿਉਂਕਿ ਹਾਲਤ ਹੀ ਨਹੀਂ ਖਸਤਾ ਕਿ ਇਹਨਾਂ ਦਾ ਦਾਰੂ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਰੈਵਨਿਊ ਆਉਣਾ ਸ਼ੁਰੂ ਹੋ ਜਾਊਗਾ। ਪਹਿਲਾਂ ਸ਼ਰਾਬ ਵਿਕਦੀ ਸੀ, ਲੋਕ ਪੀਂਦੇ ਵੀ ਸੀ, ਅਸੀਂ ਵੀ ਤਾਂ ਉਹਨਾਂ ਲੋਕਾਂ 'ਚ ਹੀ ਹੋਣੇ ਆ, ਉਹ ਪੀਂਦੇ ਵੀ ਸੀਗੇ, ਲੇਕਿਨ ਰੈਵਨਿਊ ਜਿਹੜੇ ਹੈਗਾ ਉਹ ਠੇਕੇਦਾਰਾਂ ਦੀ ਜੇਬ ਦੇ ਵਿੱਚ ਉਹਨਾਂ ਨੂੰ ਬਚ ਜਾਂਦਾ ਸੀ, ਸਰਕਾਰੀ ਖਜ਼ਾਨੇ ਜਮ੍ਹਾਂ ਨਹੀਂ ਸੀ ਹੁੰਦਾ। ਹੁਣ ਉਹ ਜਮ੍ਹਾਂ ਹੋ ਜਾਊਗਾ। ਚਲੋ ਜੀ, ਤੇ ਰਿਕਾਰਡ ਕੇਸ ਹੋ ਗਏ ਜੀ ਇੱਕੋ ਦਿਨ ਦੇ ਢਿੱਲੋਂ ਸਾਹਿਬ। ਬਿਲਕੁਲ ਜੀ, ਰਿਕਾਰਡ ਕੇਸ ਤਾਂ ਹੈ ਕਿ ਕੱਲ ਤੁਸੀਂ ਦੇਖਿਆ ਹੋਣਾ 195 ਮੌਤਾਂ ਹੋ ਗਈਆਂ ਜੀ, ਔਰ ਇੱਕੋ ਦਿਨ ਦੇ ਵਿੱਚ ਇੰਨੇ ਕੇਸ ਵੱਧ ਜਾਣ, ਇੱਕੋ ਦਿਨ ਦੇ ਵਿੱਚ ਜਿਹੜਾ ਹੈਗਾ 4000 ਜੀ ਤੋਂ ਉੱਪਰ ਕੇਸ ਇੱਕੋ ਦਿਨ 'ਚ ਆ ਜਾਣ, ਇਹ ਕੋਈ ਨਿੱਕੀ ਮੋਟੀ ਗਿਣਤੀ ਨਹੀਂ। ਹੁਣ ਤੁਸੀਂ ਯਾਦ ਕਰੋ, ਪਿਛਲੇ ਦਿਨਾਂ ਦੇ ਵਿੱਚ ਡਿਬੇਟ ਚੱਲੀ ਸੀਗੀ ਕਿ ਕਰੋਨਾ ਦਾ ਹੋਊਗਾ ਕੀ। ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ, ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸੀਗਾ ਕਿ ਜਿਹੜੇ ਅਗਲੇ ਮਹੀਨੇ ਆਉਣੇ ਉਹ ਬੜੇ ਖਤਰਨਾਕ ਹੈ ਜੀ, ਇਹ ਜਿਹੜਾ ਹੈਗਾ ਪੀਕ ਤੇ ਜਾਊਗਾ। ਤੇ ਉਸੇ ਵੇਲੇ ਕੁਝ ਟੀਵੀ ਚੈਨਲਾਂ ਨੇ ਚਲਾ ਵੀ ਦਿੱਤਾ ਸੀ, ਉਹਨਾਂ ਨੇ ਕਹਿਤਾ ਸੀ ਕਿ ਅਸੀਂ ਕਿਸੇ ਟੀਮ ਤੋਂ ਜਿਹਦੇ ਵਿੱਚ PGI ਦੇ ਵੀ ਸਟਾਫ ਮੈਂਬਰ ਹੈਗੇ ਜੀ, ਇਹ ਰਿਸਰਚ ਕਰਾਈ ਹੈ ਤੇ ਇਹ ਉਹਨਾਂ ਦਾ ਨਤੀਜਾ ਹੈ। PGI ਦੇ ਡਾਇਰੈਕਟਰ ਡਾਕਟਰ ਜਗਤ ਪ੍ਰਕਾਸ਼ ਨੇ ਨਾਲ ਦੀ ਨਾਲ ਹੀ ਇਹਦੀ ਕ੍ਰਿਟੀਸਾਈਜ਼ ਕਰਤਾ ਸੀ, ਇਸ ਗੱਲ ਨੂੰ ਖੰਡਨ ਕਰਤਾ ਸੀਗਾ ਜੀ ਨਹੀਂ, ਅਸੀਂ ਪੰਜਾਬ ਸਰਕਾਰ ਵਾਸਤੇ ਕੋਈ ਵੀ ਜਿਹੜੀ ਇਸ ਕਿਸਮ ਦੀ ਰਿਸਰਚ ਨਹੀਂ ਕੀਤੀ ਜੀ। ਤੇ ਫਿਰ ਪੰਜਾਬ ਸਰਕਾਰ ਨੇ ਦੱਸਤਾ ਕਿ PGI ਦੇ ਸਾਬਕਾ ਡਾਇਰੈਕਟਰ ਜੀ ਡਾਕਟਰ KK ਤਲਵਾੜ ਜੀ, ਉਹਨਾਂ ਦੀ ਅਗਵਾਈ ਦੇ ਹੇਠ ਇੱਕ ਕਮੇਟੀ ਬਣੀ ਸੀ, ਤੇ ਉਸ ਕਮੇਟੀ ਦੇ ਵਿੱਚ PGI ਦਾ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸ਼ਾਮਲ ਸੀ ਜਿਹੜਾ ਇਸ ਚੀਜ਼ ਦਾ ਮਾਹਰ ਹੈ ਜੀ। ਇਹਨਾਂ ਨੇ ਜਿਹੜੀ ਰਿਸਰਚ ਕੀਤੀ ਹੈ ਤੇ ਉਸ ਰਿਸਰਚ ਦੇ ਆਧਾਰ ਦੇ ਉੱਤੇ ਅਸੀਂ ਇਹ ਕਹਿ ਰਹੇ ਹਾਂ ਕਿ ਅਗਲੇ ਦਿਨ ਬੜੇ ਭਿਆਨਕ ਆਉਣਗੇ, ਖਾਸ ਕਰਕੇ ਜਿਹੜਾ ਮਈ ਤੇ ਜੂਨ ਦਾ 15 ਵਾੜਾ ਹੈ। ਮਈ ਦੇ ਸਮਝ ਲਓ ਵੀ ਤੁਸੀਂ ਦੂਜੇ ਤੀਜੇ ਹਫ਼ਤੇ ਤੇ ਅਗਾਂਹ ਜੂਨ ਦੇ ਜਿਹੜੇ ਪਹਿਲੇ ਹਫ਼ਤੇ, ਉੱਥੇ ਬੜੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈਣਾ। ਇਹ ਜਦੋਂ ਗੱਲ ਸਾਹਮਣੇ ਆਈ ਕਿ ਤਾਂ ਤੁਸੀਂ ਕਿਹਾ ਸੀ ਤੇ ਉਦੋਂ ਕਿਸੇ ਨੇ ਮੰਨਿਆ ਨਹੀਂ ਸੀ, ਨਹੀਂ ਜੀ ਤਾਂ ਐਵੇਂ ਕਹੀ ਜਾਂਦੇ, ਮਤਲਬ ਝਿਠਲਾਉਣ ਦੀ ਗੱਲ ਕੀਤੀ ਸੀ। ਹੁਣ ਜਿੱਡੀ ਤੇਜ਼ੀ ਦੇ ਨਾਲ ਵੱਧ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸੋਚਿਆ ਸੀ ਇਹਨੂੰ ਕੋਈ ਤਬਲੀਗੀ ਜਮਾਤ ਨਾਲ ਜੋੜ ਰਿਹਾ, ਕੋਈ ਹਜੂਰ ਸਾਹਿਬ ਨਾਲ ਜੋੜ ਦੇਣਗੇ, ਕੋਈ ਸ਼ਰਾਬੀਆਂ ਨਾਲ ਜੋੜ ਦੇਣਗੇ। ਪਰ ਮੈਨੂੰ ਇਹ ਦੱਸੋ ਵੀ ਅਮਰੀਕਾ ਦੇ ਵਿੱਚ ਨਾ ਤਾਂ ਤਬਲੀਗੀ ਜਮਾਤ ਹੈ ਜੀ, ਨਾ ਉੱਥੇ ਹਜੂਰ ਸਾਹਿਬ ਹੈ। ਦੁਨੀਆ ਦਾ ਸਭ ਤੋਂ ਵਿਕਸਿਤ ਦੇਸ਼ ਹੈ ਜੀ, ਸੁਪਰ ਪਾਵਰ ਹੈ ਜੀ, ਉੱਥੇ ਸਾਰਾ ਕੁਝ ਹੈਗਾ ਤਾਂ ਉਹਨੂੰ ਤੁਸੀਂ ਕੀ ਕਹੋਗੇ? ਉਹ ਕਿਵੇਂ ਹੈ? ਅਸਲ ਦੇ ਵਿੱਚ ਇਹ ਹੈ ਕੁੱਲ ਮਿਲਾ ਕੇ ਦਾਨੇਵਾਲੀਆ ਸਾਹਿਬ ਕਿ ਅਸੀਂ ਕੁਦਰਤ ਨਾਲ ਜਦੋਂ ਛੇੜਛਾੜ ਕਰਦੇ ਹਾਂ ਤੇ ਕੁਦਰਤ ਨੇ ਵੀ ਆਪਣਾ ਸਿਸਟਮ ਬੈਲੈਂਸ ਕਰਨਾ ਹੁੰਦਾ ਹੈ। ਬਿਲਕੁਲ, ਮੈਂ ਗੱਲ ਕਰ ਰਹੀ ਹਾਂ ਜਿਵੇਂ ਕਹਿੰਦੇ ਆ ਕਿ ਜਿਵੇਂ ਮੁਸਲਮਾਨ ਕਹਿ ਦਿੰਦੇ ਆ ਕਿਆਮਤ ਕਾ ਦਿਨ ਆਏਗਾ, ਆਪਣੇ ਕਹਿ ਦਿੰਦੇ ਆ ਵੀ ਪਰਲੋ ਆਊਗੀ ਹੈ। ਮਹਿੰਜੋਦਾਰੋ ਵੀ ਪੜ੍ਹਿਆ, ਇੰਡਸ ਵੈਲੀ ਸਿਵਲਾਈਜੇਸ਼ਨ ਵੀ ਪੜ੍ਹੀ ਹੈ, ਸਾਰਾ ਉਦੋਂ ਵੀ ਪਲਟੀਆਂ ਹੋਣਗੀਆਂ। ਹਰ 100 ਸਾਲਾਂ ਬਾਅਦ ਤੁਹਾਨੂੰ ਪਤਾ ਕੁਛ ਨਾ ਕੁਛ ਇਸ ਕਿਸਮ ਦਾ ਹੁੰਦਾ ਹੈ। ਹਾਂ, ਇਹ ਹੋਣਾ ਹੀ ਹੋਣਾ ਹੈ।
ਇਹਦੇ 'ਚ ਕੋਈ ਜ਼ਰੂਰੀ ਨਹੀਂ। ਹੁਣ ਕਈ ਵਾਰੀ ਕਹਿੰਦੇ ਜੀ ਇਹ ਫਲਾਨਾ ਇਹਨੂੰ ਆਪ ਹੁਣ ਤਾਂ ਲੱਛਣ ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਛਣ ਲੱਗਦੇ ਕਿ ਕੀ ਘਰੇ ਬੈਠੇ ਨੂੰ ਹੋ ਜਾਂਦਾ ਬੰਦੇ ਨੂੰ। ਜੀ। ਸੋ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ।